ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਜੀ ਫਤਿਹ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਆਪਾਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਧਾਈਆਂ ਹੋਲੇ ਮਹੱਲੇ ਦੀ ਸਾਰੀ ਸੰਗਤ ਨੂੰ ਜੀ। ਹਾਂਜੀ ਬਹੁਤ ਵਧੀਆ ਜੀ। ਬਹੁਤ ਬਹੁਤ ਵਧਾਈਆਂ ਜੀ। ਫਤਿਹ ਜੀ ਵਾਹਿਗੁਰੂ ਜੀ ਫਤਿਹ। ਅੱਜ ਆਪਾਂ ਜਿਹੜੇ ਅਸ਼ਟਪਦੀਆਂ ਲੈ ਰਹੇ ਸੀਗੇ ਸ੍ਰੀ ਰਾਗ ਦੇ ਵਿੱਚ 54 ਨੰਬਰ ਅੰਗ ਤੋਂ, ਉਹ ਆਪਾਂ ਨੇ ਤੀਸਰੀ ਅਸ਼ਟਪਦੀ ਲੈਣੀ ਹੈ ਜੀ ਸ੍ਰੀ ਰਾਗ ਦੇ ਵਿੱਚ। ਪਹਿਲੀ ਪਾਤਸ਼ਾਹੀ ਦੀ ਮਹਾਰਾਜ ਮਿਹਰ ਕਰਨ। ਅੰਗ 54 ਸ੍ਰੀ ਰਾਗ ਮਹੱਲਾ ਪਹਿਲਾ। ਆਪੇ ਗੁਣ ਆਪੇ ਕਥਾ ਆਪੇ ਸੁਣੇ ਵਿਚਾਰ। ਆਪੇ ਰਤਨ ਪਰਖ ਤੂੰ ਆਪੇ ਮੋਲ ਅਪਾਰ। ਸਾਚੋ ਮਾਨ ਮਹਤ ਤੂੰ ਆਪੇ ਦੇਵਨ ਹਾਰ। ਇਹਦੇ ਵਿੱਚ ਮਹਾਰਾਜ ਆਪਾਂ ਨੂੰ ਗਿਆਨ ਦੇ ਰਹੇ ਹੈ ਕਿ ਸਾਰੇ ਗੁਣ ਜਿਹੜੇ ਹੈਗੇ, ਸਾਰੇ ਗੁਣ ਉਹ ਮਾਲਕ ਪਰਮਾਤਮਾ ਤੋਂ ਪ੍ਰਗਟ ਹੁੰਦੇ ਆ। ਸਾਰੇ ਗੁਣਾਂ ਦਾ ਮਾਲਕ ਪਰਮਾਤਮਾ ਹੈਗਾ। ਸਾਰੇ ਗੁਣਾਂ ਨੂੰ ਬਣਾਉਣ ਵਾਲਾ ਮਾਲਕ ਪਰਮਾਤਮਾ ਹੈਗਾ। ਸਾਰੇ ਗੁਣਾਂ ਨੂੰ ਬਣਾਉਣ ਵਾਲਾ ਆਪੇ ਕਥ ਹੈ, ਕਥਨ ਵਾਲਾ ਵੀ, ਦੱਸਣ ਵਾਲਾ ਵੀ। ਆਪੇ ਸੁਣੇ ਵਿਚਾਰ, ਔਰ ਆਪ ਜਿਹੜੀ ਹੈਗੀ ਆ ਸਾਰੀ ਦੀ ਸਾਰੀ ਵਿਚਾਰ, ਗੁਣਾਂ ਦੀ ਵਿਚਾਰ, ਇਹਨੂੰ ਆਪ ਸੁਣਦਾ ਹੈ ਮਾਲਕ ਪਰਮਾਤਮਾ। ਆਪ ਹੀ ਕਥਦਾ ਵੀ ਹੈ, ਆਪ ਹੀ ਸੁਣਦਾ ਵੀ ਹੈਗਾ, ਔਰ ਆਪ ਹੀ ਗੁਣਾਂ ਦਾ ਦਾਤਾ ਹੈਗਾ, ਔਰ ਆਪ ਹੀ ਗੁਣਾਂ ਨੂੰ ਬਣਾਉਣ ਵਾਲਾ ਹੈਗਾ। ਆਪੇ ਰਤਨ ਪਰਖ ਤੂੰ ਆਪੇ ਮੋਲ ਅਪਾਰ। ਆਪ ਹੀ ਰਤਨ ਹੈ ਮਾਲਕ ਪਰਮਾਤਮਾ, ਨਾਮ ਰੂਪੀ ਰਤਨ ਦਾ ਦਾਤਾ ਮਾਲਕ ਪਰਮਾਤਮਾ। ਪਰਖਣ ਵਾਲਾ ਵੀ ਉਹੀ ਹੈ ਮਾਲਕ ਪਰਮਾਤਮਾ। ਆਪੇ ਮੋਲ ਅਪਾਰ, ਔਰ ਅਪਾਰ ਜਿਹੜਾ ਹੈਗਾ ਮੁੱਲ, ਉਹ ਵੀ ਮਾਲਕ ਪਰਮਾਤਮਾ ਆਪ ਹੀ ਹੈਗਾ। ਸਾਚੋ ਮਾਨ ਮਹਤ ਤੂੰ ਆਪੇ ਦੇਵਨ ਹਾਰ। ਔਰ ਸੱਚੀ ਜਿਹੜੀ ਹੈਗੀ ਆ, ਸੱਚੀ ਜਿਹੜੀ ਹੈ ਵਡਿਆਈ, ਸੋਭਾ, ਮਹੱਤਤਾ, ਉਹ ਵੀ ਤੂੰ ਆਪ ਹੀ ਹੈਗਾ ਦੇਣ ਵਾਲਾ। ਤੂੰ ਆਪ ਹੀ ਹੈ ਸੱਚੀ। ਜਿਹੜੇ ਤੇਰੇ 'ਚ ਜੁੜਦੇ ਆ ਉਹਨਾਂ ਨੂੰ ਸੱਚੀ ਮਾਣ ਮਹੱਤਤਾ ਦੇ ਦਿੰਦਾ ਤੂੰ। ਲੋਕ ਪਰਲੋਕ ਦੇ ਵਿੱਚ ਸੋਭਾ ਹੋ ਜਾਂਦੀ ਹੈ ਉਹਨਾਂ ਦੀ। ਸਾਚੋ ਮਾਨ ਮਹਤ ਤੂੰ ਆਪੇ ਦੇਵਨ ਹਾਰ। ਹਰ ਜਿਉ ਤੂੰ ਕਰਤਾ ਕਰਤਾਰ। हे ਮੇਰੇ ਮਾਲਕ, ਤੂੰ ਕਰਤਾ ਹੈਗਾ, ਔਰ ਤੂੰ ਜਿਹੜਾ ਹੈਗਾ ਸਾਰਿਆਂ ਦਾ ਮਾਲਕ ਹੈਗਾ। ਸਾਰੀ ਸ੍ਰਿਸ਼ਟੀ ਜਿਹੜੀ ਹੈਗੀ ਤੂੰ ਪੈਦਾ ਕੀਤੀ ਆ, ਔਰ ਇਸ ਨੂੰ ਚਲਾ ਰਿਹਾ ਆ, ਔਰ ਇਸ ਦਾ ਰਕਸ਼ਕ ਵੀ ਤੂੰ ਹੀ ਹੈਗਾ ਆ। ਹਰ ਜਿਉ ਤੂੰ ਕਰਤਾ ਕਰਤਾਰ। ਜਿਉ ਭਾਵੈ ਤਿਉ ਰਾਖ ਤੂੰ ਹਰ ਨਾਮ ਮਿਲੈ ਆਚਾਰ ਰਹਾਓ। ਜਿਸ ਤਰ੍ਹਾਂ ਵੀ ਤੈਨੂੰ ਚੰਗਾ ਲੱਗਦਾ ਹੈ ਮਾਲਕਾ, ਜੋ ਮੇਰੇ ਲਈ ਟ੍ਰੀਟਮੈਂਟ ਸਹੀ ਹੈਗਾ ਉਹ ਤੂੰ ਦੇ ਮੈਨੂੰ। ਪਰ ਇੱਕ ਮੇਰੀ ਬੇਨਤੀ ਸੁਣ ਲਾ, ਵੀ ਮੈਨੂੰ ਜਿਹੜਾ ਹੈਗਾ ਨਾਮ ਦਾ ਆਚਾਰ ਦੇ ਦੇ। ਮੈਂ ਜਿਹੜਾ ਹੈਗਾ, ਮੇਰਾ ਰੂਟੀਨ ਜਿਹੜਾ ਹੈਗਾ, ਮੇਰਾ ਸਕੈਡਿਊਲ ਜਿਹੜਾ ਹੈਗਾ ਤੇਰੇ ਨਾਮ ਦੇ ਨਾਲ ਜਿਹੜਾ ਹੈਗਾ, ਤੇਰੇ ਨਾਮ ਵਾਲਾ ਬਣ ਜਾਏ। ਮੇਰੀ ਜ਼ਿੰਦਗੀ ਦੇ ਵਿੱਚ ਤੇਰੇ ਨਾਮ ਦੀ ਜਿਹੜੀ ਹੈਗੀ ਆ, ਮੈਂ ਤੇਰੇ ਨਾਮ ਵੱਲ ਨੂੰ ਗਤੀ ਕਰ ਸਕਾਂ। ਮਨੁੱਖ ਚੂਨ ਮਿਲੀ ਆ, ਬਸ ਮੇਰੀ ਆਹੀ ਬੇਨਤੀ ਹੈਗੀ ਆ। ਇਹ ਬੇਨਤੀ ਨੂੰ ਸੁਣ ਲਾ। ਜਿਸ ਤਰ੍ਹਾਂ ਤੈਨੂੰ ਪਾਉਂਦਾ ਹੈ ਰੱਖ ਲਾ, ਪਰ ਮੇਰੀ ਬੇਨਤੀ ਸੁਣ ਲਾ। ਹਰ ਜਿਉ ਤੂੰ ਕਰਤਾ ਕਰਤਾਰ। ਜਿਉ ਭਾਵੈ ਤਿਉ ਰਾਖ ਤੂੰ ਹਰ ਨਾਮ ਮਿਲੇ ਆਚਾਰ।
रहाओ। आपे हीरा निर्मला, आपे रंग मजीठ। तू आप ही निर्मल हीरा है, नाम दा दाता तू आप हैगा है, निर्मल करने वाला तू आप हैगा है। आपे रंग मजीठ, पक्का रंग जिहड़ा हैगा, तेरी भगती दा रंग चढ़ाउण वाला तू आप ही हैगा है, जिस दे नाल कि माया दा रंग नहीं चढ़दा, जिन्हों भगती दा रंग चढ़ जाए। आपे हीरा निर्मला, आपे रंग मजीठ, आपे मोती उजलो, आपे भगत बसीठ। तू आप ही जिहड़ा हैगा ये गुण उजले मोती देण वाला तू आप ही हैगा आ। और आप ही जिहड़ा हैगा भगत, तत्ते दी सिहारी नहीं हैगी, भगतां नूं भगतां दा विचोला वसीठ। तू आप ही भगतां नूं जिहड़ा हैगा अगवाई बख्शण वाला हैगा। गुरु सतगुरु ब्रह्म ਗਿਆਨੀ मिला के तू आप ही भगतां दा वसीठ हैगा आ। गुर के शब्द दे सलाहना घट घट ਡੀਠ अडीठ। कहते गुरु के शब्द के द्वारा आ देखो वसीठ हो गया और आपां नूं ज्ञान दे रहे हैं। कहते जे मालक परमात्मा दे वल नूं गति करनी आ, जे उन्होंने सलाउणा आ ते भाई गुरु के शब्द के द्वारा सलाया जा सकता है। गुर कह जिमें गुरु कह रहा है उवें ध्यान सिमरन करके मालक परमात्मा की उस्तत की जा सकती है। उस मालक परमात्मा की घट घट ਡੀਠ अडीठ। कहते जिहड़ा घट घट दे विच प्रगट हैगा, घट घट दे विच हैगा, हरेक घट दे विच मालक परमात्मा हैगा, पर वो जिहड़ा हैगा अडीठ हैगा, दिसदा है नहींगा और सारियां दे विच मौजूद हैगा, हरेक घट घट दे विच हैगा। ਉਹਨੂੰ ਜਿਹੜਾ ਹੈਗਾ ਉਹ ਇਸ ਗੁਰੂ ਦੇ ਸ਼ਬਦ ਦੇ ਦੁਆਰਾ ਹੀ ਜਿਹੜਾ ਹੈਗਾ ਉਹ ਦਿਸਦਾ ਹੈ ਔਰ ਉਹ ਪ੍ਰਗਟ ਹੋ ਜਾਂਦਾ ਹੈ। आपे सागर बोए था, आपे पार अपार। तू आप ही मालका संसार समुंदर हैगा आ। ये संसार समुंदर 84 लाख जूना का, ये सारा संसार जिहड़ा चार खाणियां दे विच जिहड़ा हैगा धरती और सारा जीव और सारा सारा कुछ जिहड़ा हैगा ये मैटर, ये सागर जिहड़ा हैगा जिन्हों तरना आ तू आप ही हैगा और तो आप ही बोहता हैगा, आप ही जहाज हैगा इस तो पार कराउण दा। आप ही जिहड़ा हैगा गुरु गुरु मिला के और नाम दा जहाज देण वाला तू आप ही हैगा। आपे पार अपार, परले बन्ने ते भी तू ही हैगा, परला बन्ना भी तेरा ही हैगा और उरला बन्ना भी तेरा हैगा और विचारला सागर भी, ये सारा कुछ ये तेरे अंदर ही हैगा, तू ही हैगा आ। साची वाट सुजान तू और सच्ची वाट जिहड़ी हैगी प्रेमा भगती वाली वाट जिहड़ी हैगी ध्यान सिमरन वाला जिहड़ा रस्ता हैगा वो भी तू ही हैगा आ। तू जानदा है, सुजान तू सब तो बुद्धिमान, सारा कुछ जानन वाला तू हैगा। शब्दे लंघावनहार, दद्दे दी सिहारी है, तू इस संसार समुंदर तो पार कराउण वाला, शब्द दे द्वारा पार कराउण वाला भी तू ही हैगा आ। निडरिया डर जानिए बाज गुरु गुबार। निडरिया कहते उस मालक परमात्मा दा निडरिया डर जानिए, उस वो मालक परमात्मा जिहड़ा निडर हैगा ਉਹਦਾ डर ਆਪਾਂ ਨੂੰ जानना चाहिए, ਉਹਦੇ डर ਦੇ ਵਿੱਚ ਉਹਦੇ ਭੈ ਦੇ ਵਿੱਚ ਰਹਿਣਾ ਚਾਹੀਦਾ ਹੈ, ਮਾਲਕ परमात्मा ਦੇ ਹੁਕਮ ਦੇ ਵਿੱਚ ਰਹਿਣਾ ਚਾਹੀਦਾ ਹੈ। और हुक्म पता लगता है गुरु कोलों, और जे गुरु नहीं मिलिया, जे गुरु का ज्ञान नहीं हैगा अपने कोल ते भाई फिर माया का गुबार छाया होया है, फिर आपां नूं रस्ता नहीं पता लग सकता। उस मालक परमात्मा जिहड़ा निडर हैगा, जिन्हों किसी का डर नहीं हैगा, ਉਹਦੇ डर के द्वारा ਉਹਦੇ डर नूं जानना है, ਉਹਦੇ डर के द्वारा ही ਉਹਨੂੰ जानिया जा सकता है और ਉਹਦੇ ਵੱਲ ਨੂੰ गति हो सकती है। गुरु तो बगैर गुरु तो बगैर सारा नेरा है, गुबार हैगा, रस्ता नहीं पता लगता। अस्थिर करता देखिए
ਹੋਰ ਕੇਤੀ ਆਵੇ ਜਾਏ। ਅਸਥਿਰ ਜਿਹੜਾ ਹੈਗਾ, ਹਮੇਸ਼ਾ ਰਹਿਣ ਵਾਲਾ, ਅਬਨਾਸੀ ਜਿਹੜਾ ਹੈਗਾ, ਉਹੀ ਕਰਤਾ ਹੀ ਹੈਗਾ। ਬਾਕੀ ਸਾਰੀ ਸ੍ਰਿਸ਼ਟੀ ਜਿਹੜੀ ਹੈਗੀ ਆਉਂਦੀ ਜਾਂਦੀ ਰਹਿੰਦੀ ਹੈ ਭਾਈ। ਬਾਕੀ ਸਾਰੇ ਜੀਵ ਆਉਂਦੇ ਜਾਂਦੇ ਰਹਿੰਦੇ ਆ। ਜਿਹੜੀ ਬੂੰਦ ਸਾਗਰ ਚ ਮਿਲ ਗਈ, ਉਹਦਾ ਰੂਪ ਹੋ ਗਈ, ਉਹ ਅਸਥਿਰ ਹੈ। ਅਸਥਿਰ ਕਰਤਾ ਦੇਖੀਏ, ਹੋਰ ਕੇਤੀ ਆਵੇ ਜਾਏ। ਆਪੇ ਨਿਰਮਲ ਏਕ ਤੂੰ, ਹੋਰ ਬੰਦੀ ਧੰਦੇ ਪਾਏ। ਔਰ ਨਿਰਮਲ ਵੀ ਤੂੰ ਆਪ ਹੀ ਹੈਗਾ ਆ, ਤੇ ਜਿਹੜਾ ਤੇਰੇ ਨਾਲ ਜੁੜ ਜਾਂਦਾ ਹੈ ਉਹ ਨਿਰਮਲ ਹੋ ਜਾਂਦਾ ਹੈ। ਬਾਕੀ ਜਿਹੜੇ ਹੈਗੇ ਸਾਰੇ ਦੇ ਸਾਰੇ ਮਾਇਆ ਨੇ, ਕਾਲ ਨੇ, ਧੰਦਿਆਂ ਦੇ ਵਿੱਚ ਪਾ ਕੇ ਸਾਰਿਆਂ ਨੂੰ ਬੰਨਿਆ ਹੋਇਆ ਹੈ। ਸਾਰਿਆਂ ਨੂੰ ਜਿਹੜਾ ਹੈਗਾ ਇਸੇ ਸੰਸਾਰ ਸਮੁੰਦਰ ਦੇ ਵਿੱਚ ਹੀ ਜਿਹੜੇ ਹੈਗੇ ਆ ਗਤੀ ਗੋਤੇ ਦਵਾਈ ਦਿੰਦਾ ਹੈ, ਜੂਨਾਂ ਦੇ ਵਿੱਚ ਪਾਈ ਰੱਖਦਾ ਹੈ। ਆਪੇ ਨਿਰਮਲ ਏਕ ਤੂੰ, ਹੋਰ ਬੰਦੀ ਧੰਦੇ ਪਾਏ। ਗੁਰ ਰਾਖੇ ਸੇ ਉਬਰੇ, ਸਾਚੇ ਸਿਉ ਲਿਵ ਲਾਏ। ਆ ਜਿਹੜੇ ਹੈਗੇ ਨਹੀਂ ਬੰਦੇ, ਉੱਭਰ ਜਾਂਦੇ ਆ, ਬਚ ਜਾਂਦੇ ਆ, ਜਿਨ੍ਹਾਂ ਨੂੰ ਗੁਰੂ ਰੱਖ ਲੈਂਦਾ ਆ। ਜਿਹੜੇ ਉਸ ਮਾਲਕ ਪਰਮਾਤਮਾ ਦੇ ਨਾਲ, ਸੱਚੇ ਦੇ ਨਾਲ ਜਿਨ੍ਹਾਂ ਦੀ ਲਿਵ ਲੱਗ ਜਾਂਦੀ ਆ ਧਿਆਨ ਸਿਮਰਨ ਦੇ ਦੁਆਰਾ, ਉਹ ਉੱਭਰ ਜਾਂਦੇ ਆ। ਹਰ ਜਿਉ ਸ਼ਬਦੇ ਪਛਾਣੀਏ, ਸਾਚ ਰਤੇ ਗੁਰਵਾਕ। ਪਰਮਾਤਮਾ ਨੂੰ ਜੇ ਪਛਾਣਨਾ ਹੈ ਤੇ ਸ਼ਬਦ ਦੇ ਦੁਆਰਾ ਪਛਾਣਿਆ ਜਾ ਸਕਦਾ ਹੈ। ਜਿਹੜੇ ਕਿਹੜੇ ਪਛਾਣ ਲੈਂਦੇ ਆ? ਜਿਹੜੇ ਸੱਚ ਦੇ ਵਿੱਚ ਰਤੇ ਜਾਂਦੇ ਆ, ਗੁਰੂ ਦੇ ਵਾਕ ਦੇ ਅਨੁਸਾਰ, ਗੁਰੂ ਦੀ ਮੱਤ ਦੇ ਅਨੁਸਾਰ, ਗੁਰੂ ਦੇ ਹੁਕਮ ਦੇ ਅਨੁਸਾਰ। ਤਿਤ ਤਨੇ ਮੈਲ ਨਾ ਲੱਗ ਗਈ, ਸੱਚ ਘਰੇ ਜਿਸ ਉਤਾਕ। ਕਹਿੰਦੇ ਉਸ ਸਰੀਰ ਦੇ ਵਿੱਚ ਉਸ ਅਭਿਆਸੀ ਨੂੰ ਮਾਇਆ ਦੀ ਮੈਲ ਨਹੀਂ ਲੱਗਦੀ। ਸੱਚ ਘਰੇ ਜਿਸ ਉਤਾਕ, ਜਿਹਦਾ ਸੱਚ ਦੇ ਘਰ ਦੇ ਵਿੱਚ ਠਹਿਰਾਓ ਹੈਗਾ, ਜਿਹਦਾ ਸੱਚ ਦੇ ਘਰ, ਨਿਜ ਘਰ ਦੇ ਵਿੱਚ ਜਿਹੜਾ ਹੈਗਾ ਦਸਮ ਦੁਆਰ ਤੇ ਜਿਹਦੀ ਰਹਿਣੀ ਹੈਗੀ। ਤਿਤ ਤਨੇ ਮੈਲ ਨਾ ਲੱਗ ਗਈ, ਸੱਚ ਘਰੇ ਜਿਸ ਉਤਾਕ। ਨਦਰ ਕਰੇ ਸੱਚ ਪਾਈਏ, ਬਿਨ ਨਾਮੇ ਕਿਆ ਸਾਕ। ਕਹਿੰਦੇ ਮਾਲਕ ਦੀ ਮਿਹਰ ਹੋ ਜਾਏ ਤੇ ਸੱਚ ਪ੍ਰਾਪਤ ਹੋ ਜਾਂਦਾ ਹੈ। ਔਰ ਮਿਹਰ ਦੇ ਵਾਸਤੇ ਮਿਹਰ ਦਾ ਪਾਤਰ ਬਣਨਾ ਪਊਗਾ। ਮਿਹਰ ਦੇ ਵਾਸਤੇ ਡਿਮਾਂਡ ਕਰਨੀ ਪਊਗੀ। ਨਦਰ ਕਰੇ ਸੱਚ ਪਾਈਏ, ਬਿਨ ਨਾਮੇ ਕਿਆ ਸਾਕ। ਤਾਂ ਸੱਚ ਦੀ ਪ੍ਰਾਪਤੀ ਹੁੰਦੀ ਹੈ ਭਾਈ। ਬਗੈਰ ਨਾਮ ਦੇ ਕਹਿੰਦੇ ਆ ਕਾਹਦਾ ਸਾਕ ਹੈਗਾ। ਮਾਲਕ ਪਰਮਾਤਮਾ ਦੇ ਨਾਲ ਭਾਈ ਸੰਬੰਧ ਨਹੀਂ ਜੁੜ ਸਕਦਾ, ਰਿਸ਼ਤਾ ਨਹੀਂ ਕਾਇਮ ਹੋ ਸਕਦਾ ਨਾਮ ਤੋਂ ਬਗੈਰ। ਨਜ਼ਰ ਕਰੇ ਸੱਚ ਪਾਈਏ, ਬਿਨ ਨਾਮੇ ਕਿਆ ਸਾਕ। ਜਿਨੀ ਸੱਚ ਪਛਾਣਿਆ, ਸੇ ਸੁਖੀਏ ਜੁਗ ਚਾਰ। ਜਿਨ੍ਹਾਂ ਨੇ ਸੱਚ ਨੂੰ ਪਛਾਣ ਲਿਆ ਉਹ ਹਮੇਸ਼ਾ ਵਾਸਤੇ ਸੁਖੀ ਹੋ ਗਏ। ਦੇਖ ਲਓ ਭਾਈ, ਬੂੰਦ ਸਾਗਰ ਦੇ ਵਿੱਚ ਮਿਲ ਗਈ, ਹਮੇਸ਼ਾ ਵਾਸਤੇ ਸੁਖੀ ਹੋ ਗਏ। ਐਗਜ਼ਿਸਟੈਂਸ ਹੈਗਾ ਹਮੇਸ਼ਾ ਵਾਸਤੇ ਸੁਖੀ। ਉਹ ਮਾਲਕ ਪਰਮਾਤਮਾ ਦੇ ਨਾਲ ਜਿਨੀ ਸੱਚ ਪਛਾਣਿਆ, ਜਿਨ੍ਹਾਂ ਨੇ ਸੱਚ ਨੂੰ ਪਛਾਣ ਲਿਆ, ਸੇ ਸੁਖੀਏ ਜੁਗ ਚਾਰ। ਹਉਮੈ ਤ੍ਰਿਸ਼ਨਾ ਮਾਰ ਕੇ ਸੱਚ ਰੱਖਿਆ ਔਰ ਤਾਰ। ਉਹਨਾਂ ਨੇ ਆਪਣੀ ਹਉਮੈ, ਆਪਣਾ ਫਾਲਸ ਜਿਹੜਾ ਹੈਗਾ, ਝੂਠੀ ਆਇਡੈਂਟੀਟੀ, ਝੂਠੀ ਮੈਂ ਮੇਰੀ, ਝੂਠਾ ਕਰਤਾ ਪੁਣਾ ਤੇ ਮਾਇਆ ਦੀ ਤ੍ਰਿਸ਼ਨਾ ਜਿਹੜੀ ਹੈਗੀ, ਇਸ ਨੂੰ ਮਾਰ ਕੇ ਸੱਚ ਨੂੰ ਆਪਣੇ ਹਿਰਦੇ ਚ ਪ੍ਰਗਟ ਕਰ ਲਿਆ। ਜਗ ਮੈਂ ਲਾਹਾ ਏਕ ਨਾਮ, ਪਾਈਏ ਗੁਰ ਵਿਚਾਰ। ਸੰਸਾਰ ਦੇ ਵਿੱਚ ਲਾਭ ਵਾਲੀ ਗੱਲ ਸਿਰਫ ਇੱਕ ਪਰਮੇਸ਼ਰ ਦਾ ਨਾਮ ਹੈਗਾ ਭਾਈ। ਇਹੀ ਲਾਭ ਹੈਗਾ ਜਿਹੜਾ ਪਰਮੇਸ਼ਰ ਦੇ ਨਾਮ ਵੱਲ ਨੂੰ ਗਤੀ ਕਰਦਾ ਹੈ। ਨਾਮ ਨੂੰ ਪਾਉਣ ਵਾਸਤੇ ਜਿਹੜਾ ਹੈਗਾ ਧਿਆਨ ਸਿਮਰਨ ਕਰਦਾ ਹੈ, ਆਪਣੀ ਪ੍ਰਾਣ ਸ਼ਕਤੀ ਜਿਹੜੀ ਹੈਗੀ ਆ ਨਾਮ ਵਾਲੇ ਪਾਸੇ ਲਾਉਂਦਾ ਹੈ। ਔਰ ਇਹ ਜਿਹੜਾ ਹੈਗਾ ਲਾਹਾ ਮਿਲਦਾ ਆ ਜੇ ਗੁਰੂ ਨੂੰ ਆਪਾਂ ਵਿਚਾਰ ਲਵਾਂਗੇ। ਜੋ ਗੁਰੂ ਕਹਿ ਰਿਹਾ ਆ, ਜੋ ਗੁਰੂ ਦੀ ਮੱਤ, ਜੋ ਗੁਰੂ ਮੱਤ ਦੇ ਰਿਹਾ ਆ, ਜੇ ਉਸ ਮੱਤ ਨੂੰ ਅਪਣਾ ਲਾਂਗੇ, ਗੁਰੂ ਦੀ ਗੱਲ ਨੂੰ ਵਿਚਾਰ ਲਵਾਂਗੇ, ਤੇ ਤਾਂ ਜਿਹੜਾ ਹੈਗਾ ਲਾਭ ਆਪਾਂ ਵੀ ਲੈ ਸਕਦੇ ਹਾਂ। ਸਾਚੋ ਅੱਖਰ ਲਾ ਦੀਏ, ਲਾਭ ਸਦਾ ਸੱਚ ਰਾਸ। ਕਹਿੰਦੇ ਸੱਚਾ ਸੌਦਾ ਲੱਦਣਾ ਚਾਹੀਦਾ ਹੈ ਭਾਈ। ਫੋਕਾ ਗੰਦ ਮੰਦ ਲੱਦ ਕੇ ਜਿਹੜਾ ਹੈਗਾ, ਜਿਹੜੀ ਚੀਜ਼ ਨੇ ਅੱਗੇ ਜਾਣਾ ਹੀ ਨਹੀਂ ਹੈ, ਉਹਨੂੰ ਲੱਦ ਕੇ ਆਪਾਂ ਨੇ ਕੀ ਕਰਨਾ ਹੈ। ਸਾਚੋ ਅੱਖਰ ਲਾ ਦੀਏ, ਲਾਭ ਸਦਾ ਸੱਚ ਰਾਸ।
ਸੱਚੀ ਰਾਸ਼ੀ ਦੇ ਨਾਲ ਹੀ ਲਾਭ ਮਿਲਣਾ ਹੈ ਭਾਈ। ਸੱਚਾ ਸੌਦਾ ਹੋਊਗਾ ਤਾਂ ਹੀ ਲਾਭ ਮਿਲੇਗਾ। ਸਾਚੀ ਦਰਗਹਿ ਬੈਸਈ ਭਗਤ ਸੱਚੀ ਅਰਦਾਸ। ਕਹਿੰਦੇ ਸੱਚੀ ਦਰਗਾਹ ਤੇ ਬੈਸਣਾ ਮਿਲ ਜਾਏਗਾ। ਮਾਲਕ ਪਰਮਾਤਮਾ ਦੇ ਮਹਿਲ ਦੇ ਵਿੱਚ ਐਂਟਰੀ ਹੋ ਜਾਏਗੀ। ਭਗਤੀ ਹੀ ਹੈਗੀ ਜਿਹੜੀ ਕਿ ਇਹ ਅਰਦਾਸ ਮਾਲਕ ਪਰਮਾਤਮਾ ਨੂੰ, ਸੱਚੀ ਅਰਦਾਸ ਇਹ ਸੁਣਦਾ ਹੈ ਮਾਲਕ ਪਰਮਾਤਮਾ। ਭਗਤੀ ਸਾਚੀ ਦਰਗਹਿ ਬੈਸਈ ਭਗਤ, ਇੱਥੇ ਭਗਤ ਮਤਲਬ ਕੋਈ ਨਾਉਨ ਨਹੀਂ ਹੈਗਾ, ਭਗਤੀ ਕਰਨ ਵਾਲਾ ਨਹੀਂ। ਭਗਤ ਸੱਚੀ ਅਰਦਾਸ, ਭਗਤੀ ਹੀ ਸੱਚੀ ਅਰਦਾਸ ਹੈ। ਮਾਲਕ ਪਰਮਾਤਮਾ ਨੂੰ ਅਰਦਾਸ ਕਰਨੀ ਹੈ ਤੇ ਭਗਤੀ ਕਰੋ ਭਾਈ। ਸਾਚੀ ਦਰਗਹਿ ਬੈਸਈ ਭਗਤ ਸੱਚੀ ਅਰਦਾਸ। ਪਤ ਸਿਉ ਲੇਖਾ ਨਿਬੜੈ ਰਾਮ ਨਾਮ ਪ੍ਰਗਾਸ। ਔਰ ਪੱਥ ਦੇ ਨਾਲ ਲੋਕ ਪਰਲੋਕ ਦੇ ਵਿੱਚ ਜਿਹੜਾ ਹੈਗਾ ਇੱਜ਼ਤ ਦੇ ਨਾਲ ਲੇਖਾ, ਜੋ ਆਪਣੇ ਲਿਖਤ ਹੈਗੀ, ਜੋ ਆਪਣੇ ਕਿਰਤ ਕਰਮ ਕੇ ਵਿਛੜੇ, ਉਹ ਲੇਖਾ ਨਿਬੜ ਜਾਂਦਾ ਹੈ ਭਾਈ। ਧਰਮਰਾਜ ਤੋਂ ਫਾਈਲ ਜਿਹੜੀ ਹੈਗੀ ਕਾਗਜ਼ ਫਟ ਜਾਂਦੇ ਆ ਔਰ ਰਾਮ ਦੇ ਨਾਮ ਦੇ ਨਾਲ ਪ੍ਰਕਾਸ਼ ਹੋ ਜਾਂਦਾ ਹੈ। ਨਾਮ ਦਾ ਦੀਵਾ ਅੰਦਰ ਜਗ ਪੈਂਦਾ ਹੈ। ਉੱਚਾ ਉੱਚੋ ਆਖੀਏ ਕਹੋ ਨਾ ਦੇਖਿਆ ਜਾਏ। ਕਹਿੰਦੇ ਸਾਰੇ ਜਿਹੜੇ ਹੈਗੇ ਮਾਲਕ ਪਰਮਾਤਮਾ ਨੂੰ ਉੱਚਾ ਉੱਚਾ ਆਖੀ ਜਾਂਦੇ ਆ, ਕਹੀ ਜਾਂਦੇ ਆ, ਵਿਚਾਰੀ ਜਾਂਦੇ ਆ, ਗੱਲਾਂ ਬਾਤਾਂ ਕਰੀ ਜਾਂਦੇ ਆ, ਪਰ ਕਹਿਣ ਦੇ ਨਾਲ ਕਹਿੰਦੇ ਉਹ ਦਿਸਦਾ ਤਾਂ ਹੈ ਨਹੀਂਗਾ। ਗੱਲਾਂ ਬਾਤਾਂ ਦੇ ਨਾਲ ਦਿਸਦਾ ਤਾਂ ਹੈ ਨਹੀਂਗਾ ਉਹ ਮਾਲਕ ਪਰਮਾਤਮਾ। ਉੱਚਾ ਉੱਚੋ ਆਖੀਏ ਕਹੋ ਨਾ ਦੇਖਿਆ ਜਾਏ। ਹੁਣ ਆਪਾਂ ਵੀ ਜਿਹੜੇ ਹੈਗੇ ਵਿਚਾਰ ਕਰ ਰਹੇ ਹਾਂ, ਗੁਰਬਾਣੀ ਦੀ ਵਿਚਾਰ ਕਰ ਰਹੇ ਹਾਂ, ਖਾਲੀ ਗੱਲਾਂ ਹੈਗੀਆਂ, ਵਿਚਾਰ ਹੈਗੀ ਆ, ਪਰ ਇਹਦੇ ਨਾਲ ਮਾਲਕ ਪਰਮਾਤਮਾ ਦੇਖਿਆ ਤਾਂ ਨਹੀਂ ਜਾਂਦਾ। ਮਾਲਕ ਪ੍ਰਗਟ ਤਾਂ ਹੋਊਗਾ ਜੇ ਆਪਾਂ ਇਸ ਨੂੰ ਵਿਚਾਰ ਨੂੰ ਜਿਹੜਾ ਹੈਗਾ ਪ੍ਰੈਕਟੀਕਲ ਕਰਾਂਗੇ, ਇਸ ਦੇ ਅਨੁਸਾਰ ਜਿਹੜਾ ਹੈਗਾ ਕਾਰਵਾਈ ਕਰਾਂਗੇ ਤਾਂ। ਉੱਚਾ ਉੱਚੋ ਆਖੀਏ ਕਹੋ ਨਾ ਦੇਖਿਆ ਜਾਏ। ਜਹ ਦੇਖਾਂ ਤਾਂ ਏਕ ਤੂੰ ਸਤਿਗੁਰੇ ਦੀਆ ਦਿਖਾਏ। ਕਹਿੰਦੇ ਜਿੱਥੇ ਵੀ ਦੇਖਦਾ ਆ ਤੂੰ ਤਾਂ ਹਰ ਜਗ੍ਹਾ ਤੇ ਹੈਗਾ ਆ। ਮੇਰੇ ਗੁਰੂ ਨੇ ਮੇਰੇ ਉੱਤੇ ਮਿਹਰ ਕਰ ਦਿੱਤੀ, ਮੈਨੂੰ ਜਿਹੜਾ ਹੈਗਾ ਦਿਖਾ ਦਿੱਤਾ। ਮਾਲਕ ਪਰਮਾਤਮਾ ਮੇਰੀ ਆਤਮਾ ਦੀ ਜੋਤ ਮੇਰੇ ਅੰਦਰ ਪ੍ਰਗਟ ਕਰ ਦਿੱਤੀ। ਜੋਤ ਨਿਰੰਤਰ ਜਾਣੀਏ ਨਾਨਕ ਸਹਿਜ ਸੁਭਾਏ। ਔਰ ਉਹ ਜੋਤ ਜਿਹੜੀ ਹੈ ਨਿਰੰਤਰ ਜਿਹੜੀ ਹੈਗੀ ਪ੍ਰਗਟ ਹੋ ਗਈ ਹਮੇਸ਼ਾ ਵਾਸਤੇ। ਉਹਨੂੰ ਆਪਾਂ ਉਸ ਜੋਤ ਨੂੰ ਪ੍ਰਗਟ ਕਰ ਸਕਦੇ ਹਾਂ, ਸਹਿਜ ਸੁਭਾਏ ਪ੍ਰਗਟ ਕਰ ਸਕਦੇ ਹਾਂ, ਜੇ ਆਪਾਂ ਗੁਰੂ ਦੇ ਅਨੁਸਾਰ ਜਿਹੜਾ ਹੈਗਾ ਚੱਲ ਪਈਏ ਤਾਂ। ਸ੍ਰੀ ਰਾਗ ਮਹੱਲਾ ਪਹਿਲਾ। ਮਛਲੀ ਜਾਲ ਨਾ ਜਾਣਿਆ ਸਰ ਖਾਰਾ ਅਸਗਾਹ। ਹੁਣ ਦੇਖ ਲਓ ਆਪਾਂ ਜਿਹੜੇ ਹੈਗੇ ਸੰਸਾਰ ਸਮੁੰਦਰ ਦੇ ਵਿੱਚ ਹੈਗੇ ਆ, ਆਪਣੀ ਤੁਲਨਾ ਮਹਾਰਾਜ ਜਿਹੜੇ ਹੈਗੇ ਮਛਲੀ ਦੇ ਨਾਲ ਕਰ ਰਹੇ ਆ। ਇਹ ਸੰਸਾਰ ਸਮੁੰਦਰ ਹੈਗਾ, ਇੱਥੇ ਜਾਲ ਪਾਇਆ ਹੋਇਆ ਕਾਲ ਨੇ। ਕਿਹੜਾ ਜਾਲ? ਇੱਥੇ ਸਵਾਦਾਂ ਦਾ ਜਾਲ ਪਾਇਆ, ਚੋਗਾ ਸਵਾਦਾਂ ਦਾ ਪਾਇਆ, ਵਿੱਚ ਸਵਾਦਾਂ ਦਾ ਚੋਗਾ ਪਾ ਕੇ ਔਰ ਜਾਲ ਸੁੱਟਿਆ ਪਿਆ ਹੈ। ਇਹ ਕੀ ਕਰਦਾ ਹੈ ਜਾਲ? ਇਹ ਆਪਣੀ ਮਨੁੱਖੀ ਜੂਨ ਨੂੰ ਜਿਹੜਾ ਹੈਗਾ ਇਹ ਆਪਾਂ ਨੂੰ ਜਿਹੜਾ ਹੈਗਾ ਆਪਾਂ ਨੂੰ ਬਾਹਰ ਨਹੀਂ ਨਿਕਲਣ ਦਿੰਦਾ। ਇਸ ਸੰਸਾਰ ਸਮੁੰਦਰ ਤੋਂ ਬਾਹਰ ਨਹੀਂ ਨਿਕਲ ਦਿੰਦਾ। 84 ਲੱਖ ਜੂਨਾਂ ਤੋਂ ਬਾਹਰ ਨਹੀਂ ਨਿਕਲਣ ਦਿੰਦਾ ਆਪਾਂ ਨੂੰ, ਮਾਲਕ ਵੱਲ ਨੂੰ ਨਹੀਂ ਜਾਣ ਦਿੰਦਾ। ਇਹ ਕਾਲ ਦਾ ਕੰਮ ਹੈਗਾ। ਕਾਲ ਨੇ ਜਾਲ ਪਾਇਆ ਹੋਇਆ ਪੂਰਾ। ਇਹ ਕਾਲ ਨੂੰ ਆਹੀ ਜਿਹੜਾ ਹੈਗਾ ਮਾਲਕ ਵੱਲੋਂ ਜਿਹੜਾ ਹੈਗਾ ਕੰਮ ਸੌਂਪਿਆ ਗਿਆ ਆ। ਮਛਲੀ ਜਾਲ ਨਾ ਜਾਣਿਆ ਸਰ ਖਾਰਾ। ਕਹਿੰਦੇ ਸਮੁੰਦਰ ਖਾਰਾ ਹੈਗਾ, ਜਿਹਨੂੰ ਤੂੰ ਮਿੱਠਾ ਸਮਝ ਰਿਹਾ ਹੈ ਚੋਗੇ ਨੂੰ, ਇਹ ਖਾਰਾ ਆ, ਅਸਲੀ ਵਿੱਚ ਖਾਰਾ ਹੈਗਾ। ਇਹ ਨਹੀਂ ਸਮਝਿਆ ਔਰ ਇਹਦੀ ਗਹਿਰਾਈ ਦਾ ਨਹੀਂ ਪਤਾ ਲੱਗਦਾ। 84 ਲੱਖ ਜੂਨਾਂ ਹੈਗੀਆਂ। ਮਛਲੀ ਜਾਲ ਨਾ ਜਾਣਿਆ ਸਰ ਖਾਰਾ ਅਸਗਾਹ। ਅਤ ਸਿਆਣੀ ਸੋਹਣੀ ਕਿਉਂਕਿ ਤੋ ਵਿਸਾਹ। ਹੇ ਇਨਸਾਨ, ਹੇ ਮਛਲੀ, ਤੂੰ ਤਾਂ ਇੰਨੀ ਸਿਆਣੀ ਹੈਗੀ ਆ। ਦੇਖ ਤੇਰੇ ਅੰਦਰ ਬੁੱਧੀ ਹੈਗੀ ਆ, ਤੇਰੇ ਅੰਦਰ ਮੱਤ ਹੈਗੀ ਆ। ਦੇਖ ਕਿਸ ਤਰ੍ਹਾਂ ਫੜੀ ਗਈ ਤੂੰ। ਤੇਰੇ ਅੰਦਰ ਸੁਰਤ ਹੈਗੀ ਆ, ਸੋਚ ਹੈਗੀ ਤੇਰੇ ਅੰਦਰ।
ਕਿਵੇਂ ਫੜੀ ਗਈ ਤੂੰ? ਕਿਉਂ ਵਿਸ਼ਵਾਸ ਕੀਤਾ ਇਸ ਚੋਗੇ ਦੇ ਉੱਤੇ? ਅੱਤ ਸਿਆਣੀ ਸੋਹਣੀ ਕਿਉਂ ਕੀਤੋ ਵਿਸਾਹ? ਕਿਉਂ ਕੀਤਾ ਵਿਸ਼ਵਾਸ? ਕਿਉਂ ਵਿਸ਼ਵਾਸ ਕੀਤਾ? ਕੀਤੇ ਕਾਰਨ ਪਾਕੜੀ ਜਾ ਕਾਲ ਨਾ ਟਲੈ ਸਿਰਾਹ। ਕਹਿੰਦੇ ਤੂੰ ਜਿਹੜੀ ਦੇਖ, ਤੂੰ ਚੋਗੇ ਤੇ ਗਈ ਆ, ਤੂੰ ਚੋਗੇ ਨੂੰ ਪ੍ਰੈਫਰੈਂਸ ਦਿੱਤੀ ਆ, ਇਸ ਕਰਕੇ ਤੂੰ ਫੜੀ ਗਈ। ਤੇਰੇ ਆਪਣੇ ਕਰਮ ਦੇ ਨਾਲ ਤੂੰ ਫੜੀ ਗਈ। तरवर काया पंख मन तरवर पंखी पंच तत् चुगे मिल एक से तिनको फांस न रंच। उड़े ता बेगुल बेगुले ताके चोग घनी पंख टुटे फाही पड़ी अवगणे भीड़ बनी। उड़े ता बेगुल बेगुले ताके चोग घनी कीते कारण पाकड़ी काल न टले सिराहों। कहते कीते दे कारण तू फड़ी गई, ट्रैप हो गई, ਜੂਨਾਂ ਦੇ ਵਿੱਚ ਭਟਕੇਂਗੀ। ਹੁਣ ਕਾਲ ਨਹੀਂ ਟਲ ਸਕਦਾ ਕਿਸੇ ਵੀ ਕੀਮਤ ਤੇ, ਕਾਲ ਨਹੀਂ ਟਲ ਸਕਦਾ। ਇੱਕ ਵਾਰੀ ਹੋਰ ਲਈਏ। ਮਛਲੀ ਜਾਲ ਨਾ ਜਾਣਿਆ ਸਰ ਖਾਰਾ ਅਸਗਾ ਅੱਤ ਸਿਆਣੀ ਸੋਹਣੀ ਕਿਉਂ ਕੀਤੋ ਵਿਸਾਹ। ਕੀਤੇ ਕਾਰਨ ਪਾਕੜੀ ਕਾਲ ਨਾ ਟਲੇ ਸਿਰਾਹ। ਭਾਈ ਰੇ ਇਉਂ ਸਿਰ ਜਾਣੋ ਕਾਲ। हे मेरे मना, हे मेरे ਭਰਾਵਾ, ਸਮਝ ਲੈ ਇਸ ਤਰ੍ਹਾਂ ਤੇਰੇ ਸਿਰ ਤੇ ਕਾਲ ਆ ਜਿਵੇਂ ਮੱਛੀ ਨੂੰ ਫੜਦੇ ਆ ਜਾਲ ਦੇ ਵਿੱਚ, ਕੁੰਡੇ ਦੇ ਵਿੱਚ। ਭਾਈ ਰੇ ਇਉਂ ਸਿਰ ਜਾਣੋ ਕਾਲ। ਜਿਉਂ ਮੱਛੀ ਤਿਉਂ ਮਾਨਸਾ ਪਵੇ ਅਚਿੰਤਾ ਜਾਲ ਰਹਾ। ਜਿਵੇਂ ਮੱਛੀ ਉਵੇਂ ਇਨਸਾਨ ਹੈਗੇ ਭਾਈ, ਅਚਿੰਤ ਪਤਾ ਵੀ ਨਹੀਂ ਲੱਗਦਾ। ਕਾਲ ਜਿਹੜਾ ਹੈਗਾ ਜਾਲ ਦੇ ਵਿੱਚ ਫਸਾ ਲੈਂਦਾ। बस चोगे दे उत्ते डिगे नहीं, चोगे का स्वाद आया नहीं, बस शुरू हो गए, बन गए संस्कार। सारी उम्र फिर जिहड़ा हैगा इसे दे विच लंघा देनी है। भाई रे इउं सिर जानो काल ज्यों मच्छी त्यों मानसा पवे चिंता जाल रहा। सब जग बाधो काल खो बिन गुर काल अफार। ਕੋਈ ਬਚਦਾ ਨਹੀਂ। ਕਹਿੰਦੇ ਸਾਰਾ ਸੰਸਾਰ, ਸਾਰੇ ਸੰਸਾਰ ਦੇ ਜੀਵ ਐਸੇ ਤਰੀਕੇ ਦੇ ਨਾਲ ਕਾਲ ਨੇ ਬੰਨੇ ਹੋਏ ਆ ਭਾਈ, ਸਾਰੇ ਜਾਲ ਦੇ ਵਿੱਚ ਫਸਾਏ ਹੋਏ ਆ। ਬਗੈਰ ਗੁਰੂ ਤੋਂ ਇਹ ਕਾਲ ਜਿਹੜਾ ਹੈਗਾ ਅਪਰਿਆ ਹੋਇਆ, ਸਾਰਿਆਂ ਨੂੰ ਢਾ ਲੈਂਦਾ ਹੈ ਭਾਈ, ਸਾਰਿਆਂ ਨੂੰ ਬੰਨ ਲੈਂਦਾ ਹੈ, ਨਹੀਂ ਟਲਦਾ। ਸਭ ਜਗ ਬਾਂਧੋ ਕਾਲ ਕੋ ਬਿਨ ਗੁਰ ਕਾਲ ਅਫਾਰ। ਸੱਚ ਰਤੇ ਸੇ ਉਬਰੇ ਦੁਬਦਾ ਛੋੜ ਵਿਕਾਰ। ਹਾਂ, ਜਿਹੜੇ ਸੱਚ ਦੇ ਵਿੱਚ ਰੱਤੇ ਜਾਂਦੇ ਆ, ਜਿਹੜੇ ਗੁਰੂ ਦੀ ਗੱਲ ਮੰਨ ਲੈਂਦੇ ਆ, ਜਿਹੜੇ ਪ੍ਰੇਮਾ ਭਗਤੀ ਕਰਦੇ ਆ, ਉਹ ਜਿਹੜੇ ਹੈਗੇ ਉੱਭਰ ਜਾਂਦੇ ਆ। ਉਹ ਦੁਬਦਾ ਡੁਐਲਿਟੀ ਛੱਡ ਦਿੰਦੇ ਆ, ਵਿਸ਼ੇ ਵਿਕਾਰ ਛੱਡ ਦਿੰਦੇ ਆ। ਉਹ ਸਾਰਿਆਂ ਦੇ ਵਿੱਚ ਇੱਕ ਦੇਖਦੇ ਆ, ਸਾਰਿਆਂ ਨੂੰ ਮਾਫ ਕਰ ਦਿੰਦੇ ਆ, ਆਪਣੇ ਆਪ ਨੂੰ ਵੀ ਮਾਫ ਕਰ ਦਿੰਦੇ ਆ। ਇਹੀ ਦੁਬਦਾ ਹੈਗੀ, ਨਹੀਂ ਮਾਫ ਕਰਦੇ ਆਪਾਂ, ਦੂਸਰੇ ਨੂੰ ਦੂਸਰਾ ਗਿਣਦੇ ਆ, ਉਹਦੇ ਅਵਗੁਣ ਦੇਖਦੇ ਆ, ਆਪਣੇ ਅਵਗੁਣ ਨਹੀਂ ਦੇਖਦੇ ਆਪਾਂ। ਜੇ ਦੂਸਰੇ ਨੂੰ ਆਪਾਂ ਦੂਸਰੇ ਦੇ ਅਵਗੁਣ ਦੇਖ ਰਹੇ ਹਾਂ ਤੇ ਕ੍ਰਿਸਚੀਅਨਿਟੀ ਦੇ ਵਿੱਚ ਜਿਹੜਾ ਹੈਗਾ ਉਹ ਕਹਿੰਦੇ ਭਾਈ ਜੇ ਦੂਜੇ ਨੂੰ ਜੱਜ ਕਰ ਰਹੇ ਆ ਤੇ ਤੈਨੂੰ ਮਾਲਕ ਨੇ ਜ਼ਰੂਰ ਜੱਜ ਕਰਨਾ ਹੈ। ਤੇਰੇ ਅਵਗੁਣ ਜਿਹੜੇ ਹੈਗੇ ਤੈਨੂੰ ਨਹੀਂ ਦਿਖਦੇ, ਉਹ ਮਾਲਕ ਨੇ ਖਿੱਚ ਲੈਣਾ ਹੈ ਤੈਨੂੰ। ਫਿਰ ਸਭ ਜਗ ਬਾਂਧੋ ਕਾਲ ਕੋ ਬਿਨ ਗੁਰ ਕਾਲ ਅਫਾਰ। ਸੱਚ ਰਤੇ ਸੇ ਉਬਰੇ ਦੁਬਦਾ ਛੋੜ ਵਿਕਾਰ। ਹੁਣ ਤਿਨਕੈ ਬਲਿਹਾਰਣੇ ਦਰ ਸੱਚੇ ਸਚਿਆਰ। ਮੈਂ ਤਾਂ ਬਲਿਹਾਰ ਜਾਣਾ ਐਸੇ ਅਭਿਆਸੀਆਂ ਤੋਂ, ਐਸੇ ਗੁਰਮੁਖਾਂ ਤੋਂ ਜਿਹੜੇ ਮਾਲਕ ਪਰਮਾਤਮਾ ਦੇ ਦਰ ਤੇ ਸੱਚੇ ਹੈਗੇ ਆ, ਜਿਹੜੇ ਧਿਆਨ ਸਿਮਰਨ ਕਰਦੇ ਆ, ਉਹਦੀ ਦਰ ਤੇ ਬੈਠਕ ਹੈ ਜਿਨ੍ਹਾਂ ਦੀ। ਤੀਸਰਾ ਬੰਦ ਆ ਗਿਆ। ਸੀ ਚਾਨੇ ਜਿਉ ਪੰਖੀਆ ਜਾਲੀ ਬਦਿਕ ਹਾਥ। ਸੀ ਚਾਨਾ ਜਿਹੜਾ ਹੈਗਾ ਜਿਸ ਤਰ੍ਹਾਂ ਬਾਜ ਹੁੰਦਾ ਹੈ, ਇਸ ਤਰ੍ਹਾਂ ਜਿਹੜਾ ਹੈਗਾ ਸ਼ਿਕਾਰੀ ਪਕਸ਼ੀ ਹੁੰਦੇ। ਕਹਿੰਦੇ ਜਿਸ ਤਰ੍ਹਾਂ ਪੰਛੀ ਹੈਗੇ ਆ, ਉਹਨਾਂ ਨੂੰ ਜਿਹੜੇ ਹੈਗੇ ਬਾਜ ਪੈ ਜਾਂਦੇ ਆ, ਐਵੇਂ ਹੀ ਜਿਹੜੀ ਹੈਗੀ ਆ ਇਹ ਬਦਿਕ ਸ਼ਿਕਾਰੀ ਦੇ ਹੱਥ ਦੇ ਵਿੱਚ ਜਾਲ ਹੈਗਾ ਭਾਈ, ਜਾਲੀ ਹੈਗੀ, ਉਹਨੇ ਖਾ ਜਾਣਾ ਹੈ ਤੈਨੂੰ, ਪਤਾ ਵੀ ਨਹੀਂ ਲੱਗਣਾ।
कद तेरे जिहड़ी हैगी आ तेरा बुलावा आ गया, कद तेरा जिहड़ा हैगा ये सारे दे सारे जिहड़े हैगे ये तेरे भखदी अग दे विच भखदा जिहड़ा हैगा तेरे तेरे करी घर गृहस्थी भखदी दे विचों ही तैनूं समेट लेना है। सी चाने ज्यों पंखिया जाली बदिक हाथ, बदिक शिकारी नूं कहंदे आ। गुर राखे से उभरे होर फाथे चोगे साथ। ਕਹਿੰਦੇ ਗੁਰੂ ਜਿਨ੍ਹਾਂ ਨੂੰ ਰੱਖ ਲੈਂਦਾ ਆ, ਜਿਨ੍ਹਾਂ ਨੂੰ ਗੁਰੂ ਤੋਂ ਗਿਆਨ ਹੋ ਜਾਂਦਾ ਹੈ, ਬਈ ਆ ਚੋਗਾ ਹੈ, ਨਾ ਜਾ, ਨਾ ਜਾ ਪਿਆਰਿਆ, ਨਾ ਜਾ। ਗੁਰ ਰਾਖੇ ਸੇ ਉਭਰੇ ਹੋਰ ਫਾਥੇ ਚੋਗੇ ਸਾਥ, ਬਾਕੀ ਚੋਗੇ ਦੇ ਨਾਲ ਹੀ ਫਸ ਲੈਂਦੇ ਆ ਭਾਈ, ਚੋਗੇ ਤੇ ਡਿਗੇ ਹੋਏ ਨੂੰ ਖਿੱਚ ਲੈਂਦੇ ਅਗਲੇ ਜਾਲ ਦੇ ਵਿੱਚ। ਗੁਰ ਰਾਖੇ ਸੇ ਉਭਰੇ ਹੋਰ ਫਾਥੇ ਚੋਗੇ ਸਾਥ, ਬਿਨ ਨਾਵੇਂ ਚੁਣ ਸੁੱਟੀਆਂ ਕੋਈ ਨਾ ਸੰਗੀ ਸਾਥ। ਗੁਰੂ ਦੀ ਗੱਲ ਨਹੀਂ ਮੰਨੀ, ਨਾਮ ਵਾਲੇ ਪਾਸੇ ਨਹੀਂ ਗਿਆ, ਧਿਆਨ ਸਿਮਰਨ ਨਹੀਂ ਕੀਤਾ, ਕਹਿੰਦੇ ਬਸ, ਕਹਿੰਦੇ ਫਿਰ ਤਾਂ ਫੜ ਕੇ ਸੁੱਟ ਲਿਆ ਅਗਲੇ ਨੇ, ਜਾਲ ਦੇ ਵਿੱਚ ਪਾ ਕੇ ਸੁੱਟ ਲਿਆ, ਜੂਨਾਂ ਦੇ ਵਿੱਚ ਪਾਤਾ। ਕੋਈ ਨਾ ਸੰਗੀ ਸਾਥ, ਔਰ ਜਿਹੜੇ ਵੀ ਮਿੱਤਰ ਕਨੇਰੇ ਕਰ ਤੱਕੀ, ਕੋਈ ਸਾਥ ਨਹੀਂ ਹੈਗਾ ਭਾਈ, ਨਾ ਘਰ ਵਾਲੇ, ਨਾ ਘਰ ਵਾਲਾ, ਨਾ ਬੱਚੇ, ਨਾ ਹੋਰ ਕੋਈ ਸਾਧ ਸੰਗੀ ਸਾਥੀ ਨਹੀਂ। ਬਿਨ ਨਾਮੇ ਚੁਣ ਸੁੱਟੀਏ ਕੋਈ ਨਾ ਸੰਗੀ ਸਾਥ। ਬਿਲਕੁਲ ਦੇਖ ਲਓ, ਪ੍ਰੈਕਟੀਕਲ ਅੱਖਾਂ ਦੇ ਸਾਹਮਣੇ ਸੀਨ ਕਰ ਲਓ, ਇਹੀ ਕੁਝ ਹੋ ਰਿਹਾ। ਸੱਚੋ ਸੱਚਾ ਆਖੀਏ ਸੱਚੇ ਸੱਚਾ ਥਾਨ, ਉਹ ਮਾਲਕ ਪਰਮਾਤਮਾ ਉਹ ਸੱਚਾ ਹੈਗਾ ਭਾਈ, ਉਹ ਸੱਚਾ ਹੈਗਾ। ਸੱਚੋ ਸੱਚਾ, ਉਸੇ ਨੂੰ ਆਖੋ, ਉਸੇ ਨੂੰ ਆਖਣਾ ਬਣਦਾ ਹੈ ਭਾਈ। ਉਸੇ ਦਾ ਧਿਆਨ ਸਿਮਰਨ ਕਰੋ, ਉਸੇ ਦਾ ਨਾਮ ਜਪੋ। ਆਖਣਾ ਕੀ ਆ? ਪਰਮੇਸ਼ਰ ਦਾ ਨਾਮ ਜਪਣਾ। ਆਖਾਂ ਜੀਵਾਂ ਵਿਸਰੇ ਮਰ ਜਾਉ, ਸੱਚੋ ਸੱਚਾ ਆਖੀਏ ਸੱਚੇ ਸੱਚਾ ਥਾਨ। ਉਸ ਮਾਲਕ ਪਰਮਾਤਮਾ ਦਾ ਸੱਚੇ ਥਾਨ ਤੇ ਆਪਾਂ ਪਹੁੰਚ ਜਾਵਾਂਗੇ। ਜਿਨੀ ਸੱਚਾ ਮੰਨਿਆ ਤਿੰਨ ਮਨ ਸੱਚ ਧਿਆਨ। ਜਿਨ੍ਹਾਂ ਨੇ ਇਹ ਗੱਲ ਮੰਨ ਲਈ, ਸੱਚ ਨੂੰ ਮੰਨ ਲਿਆ, ਜਿਨ੍ਹਾਂ ਨੇ ਮਨ ਦੇ ਵਿੱਚ ਵਸਾ ਲਿਆ, ਉਹਨਾਂ ਦਾ ਧਿਆਨ ਲੱਗ ਗਿਆ ਭਾਈ। ਮਨੇ ਮੁਖ ਸੂਚੇ ਜਾਣੀਏ ਗੁਰਮੁਖ ਜਿਨਾ ਗਿਆਨ। ਮਨ ਵੀ ਸੁੱਚਾ ਹੋ ਜਾਂਦਾ ਹੈ, ਮੁਖ ਵੀ ਸੁੱਚਾ ਹੋ ਜਾਂਦਾ ਹੈ, ਤਨ ਵੀ ਸੁੱਚਾ ਹੋ ਜਾਂਦਾ ਹੈ। ਉਹੀ ਸੁੱਚੇ ਜਾਣੇ ਜਾਂਦੇ ਆ ਭਾਈ, ਜਿਨ੍ਹਾਂ ਦੇ ਕੋਲ ਗੁਰੂ ਦਾ ਗਿਆਨ ਹੈ, ਜਿਹੜੇ ਗੁਰੂ ਦੇ ਗਿਆਨ ਦੇ ਅਨੁਸਾਰ ਚੱਲ ਰਹੇ ਆ। ਗੁਰਮੁਖ ਜਿਨ੍ਹਾਂ ਗਿਆਨ, ਜਿਨ੍ਹਾਂ ਦਾ ਮੁਖ ਗੁਰੂ ਵੱਲ ਨੂੰ ਹੈਗਾ। ਸਤਿਗੁਰ ਅੱਗੇ ਅਰਦਾਸ ਕਰ ਸਾਜਨ ਦੇ ਮਿਲਾਏ। ਗੁਰੂ ਦੇ ਅੱਗੇ ਅਰਦਾਸ ਕਰ ਪਾਏ, ਉਸ ਪਰਮਾਤਮਾ ਨੂੰ, ਸੱਜਣ ਨੂੰ ਮਿਲਾ ਦਊਗਾ। ਗੁਰੂ ਦੇ ਅੱਗੇ ਅਰਦਾਸ ਕਿਵੇਂ ਕਰਨੀ ਹੈ? ਗੁਰੂ ਦੀ ਗੱਲ ਮੰਨ ਲੈਣੀ ਹੈ, ਗੁਰੂ ਦੀ ਗੱਲ ਵਿਚਾਰ ਕੇ ਉਸ ਦੇ ਅਨੁਸਾਰ ਚੱਲ ਪੈਣਾ ਹੈ। ਸਤਿਗੁਰ ਅੱਗੇ ਅਰਦਾਸ ਕਰ ਸਾਜਨ ਦੇ ਮਿਲਾਏ। ਸਾਜਨੇ ਮਿਲੈ ਸੁਖ ਪਾਇਆ, ਜਮਦੂਤ ਮੂਏ ਬਿਖ ਖਾਏ। ਉਸ ਸੱਜਣ ਨੂੰ ਮਿਲਣ ਦੇ ਨਾਲ ਸੁਖ ਆ ਗਿਆ, ਔਰ ਜਮਦੂਤ ਜਿਹੜੇ ਸੀ, ਕਾਲ ਜਿਹੜਾ ਸੀਗਾ, ਉਹ ਆਪ ਹੀ ਜਿਹੜਾ ਮਰ ਗਿਆ ਜ਼ਹਿਰ ਖਾ ਕੇ, ਅਰਥਾਤ ਅਭਿਆਸੀ ਨੂੰ ਛੱਡ ਗਿਆ। ਨਾਵੇਂ ਅੰਦਰ ਹੋਂ ਵਸਾਂ, ਨਾਉ ਵਸੈ ਮਨ ਮਾਹੀ। ਕਹਿੰਦੇ ਮਾਲਕਾ ਮਿਹਰ ਹੋ ਜਾਏ ਤੇ ਮੈਂ ਤੇਰੇ ਨਾਮ ਦੇ ਅੰਦਰ ਵਸ ਜਾਵਾਂ, ਨਾਮ ਤੇਰਾ ਮੇਰੇ ਮਨ ਦੇ ਵਿੱਚ ਵਸ ਜਾਏ, ਮੇਰੀ ਸੁਰਤ ਨਾਮ ਦੇ ਵਿੱਚ ਟਿਕ ਜਾਏ। ਬਾਜ ਗੁਰੂ ਗੁਬਾਰ ਹੈ, ਬਿਨ ਸ਼ਬਦੇ ਬੂਝ ਨਾ ਪਾਏ। ਗੁਰੂ ਤੋਂ ਬਗੈਰ, ਗਿਆਨ ਤੋਂ ਬਗੈਰ, ਕਹਿੰਦੇ ਮਾਇਆ ਦਾ ਪੂਰਾ ਜਿਹੜੀ ਹੈ, ਮਾਇਆ ਦੀ ਧੁੰਦ, ਮਾਇਆ ਦਾ ਗੁਬਾਰ ਛਾਇਆ ਰਹਿੰਦਾ ਹੈ। ਇਨਸਾਨ ਨੂੰ ਜਿਹੜਾ ਹੈਗਾ ਨਹੀਂ ਸਹੀ ਰਸਤੇ ਦਾ ਪਤਾ ਲੱਗਦਾ। ਬਿਨ ਸ਼ਬਦੇ ਬੂਝ ਨਾ ਪਾਏ, ਉਹ ਸ਼ਬਦ ਦੇ ਦੁਆਰਾ, ਸ਼ਬਦ ਅਭਿਆਸ ਦੇ ਦੁਆਰਾ, ਉਸ ਸ਼ਬਦ ਨੂੰ ਪ੍ਰਗਟ ਕੀਤੇ ਤੋਂ ਬਗੈਰ ਰਸਤਾ ਨਹੀਂ ਪਤਾ ਲੱਗਦਾ। ਉਸ ਸ਼ਬਦ ਦੀ ਕਮਾਈ ਕੀਤੇ ਬਗੈਰ, ਧਿਆਨ ਸਿਮਰਨ ਕੀਤੇ ਬਗੈਰ ਰਸਤਾ ਨਹੀਂ ਪਤਾ ਲੱਗਦਾ। ਗੁਰਮਤੀ ਪ੍ਰਗਾਸ ਹੋਏ, ਸੱਚ ਰਹੇ ਲਿਵ ਲਾਏ। ਗੁਰੂ ਦੀ ਮੱਤ ਦੇ ਦੁਆਰਾ, ਗੁਰੂ ਦੇ ਗਿਆਨ ਦੇ ਦੁਆਰਾ ਹੀ ਅੰਦਰ ਪ੍ਰਕਾਸ਼ ਹੋਣਾ ਹੈ, ਗਿਆਨ ਦਾ ਪ੍ਰਕਾਸ਼ ਹੋਣਾ ਹੈ, ਔਰ ਫਿਰ ਸੱਚ ਦੇ ਨਾਲ ਜਿਹੜਾ ਹੈਗਾ ਲਿਵ ਲੱਗ ਜਾਣੀ ਹੈ ਭਾਈ। ਜਦ ਪ੍ਰੈਕਟੀਕਲ ਕਰਨਾ ਹੈ ਇਸ ਗਿਆਨ ਦਾ, ਤੇ ਸੱਚ ਦੇ ਨਾਲ ਲਿਵ ਲੱਗ ਜਾਏਗੀ। ਪ੍ਰੈਕਟੀਕਲ ਹੈ ਧਿਆਨ ਸਿਮਰਨ। ਗੁਰਮਤੀ ਪ੍ਰਗਾਸ ਹੋਏ, ਸੱਚ ਰਹੇ ਲਿਵ ਲਾਏ।
ਤਿੱਥੇ ਕਾਲ ਨਾ ਸੰਚਰੈ ਜੋਤੀ ਜੋਤ ਸਮਾਏ। ਕਹਿੰਦੇ ਉਸ ਹਿਰਦੇ ਦੇ ਅੰਦਰ, ਉਸ ਅਭਿਆਸੀ ਦੇ ਅੰਦਰ ਕਾਲ ਨਹੀਂ ਸੰਚ ਸਕਦਾ, ਕਾਲ ਨਹੀਂ ਡੇਰਾ ਲਾ ਸਕਦਾ, ਉਸ ਨੂੰ ਕਾਲ ਟਰੈਪ ਨਹੀਂ ਕਰ ਸਕਦਾ, ਉਸ ਦੇ ਉੱਤੇ ਜਾਲ ਨਹੀਂ ਪਾ ਸਕਦਾ, ਉਹਨੂੰ ਜਾਲ 'ਚ ਨਹੀਂ ਸੁੱਟ ਸਕਦਾ। ਜਿੱਥੇ ਕਾਲ ਨਾ ਸੰਚਰੈ ਜੋਤੀ ਜੋਤ ਸਮਾਏ। ਉਹ ਉਸ ਦੀ ਜੋਤ, ਮਾਲਕ ਪਰਮਾਤਮਾ ਦੀ ਜੋਤ ਦੇ ਵਿੱਚ ਸਮਾ ਜਾਂਦੀ ਹੈ, ਉਹਦੀ ਸੁਰਤ ਆਤਮਾ ਦੇ ਵਿੱਚ ਟਿਕ ਜਾਂਦੀ ਹੈ। ਤੂੰ ਹੈ ਸਾਜਨ, ਤੂੰ ਸੁਜਾਨ, ਤੂੰ ਆਪੇ ਮਿਲਣਹਾਰ। ਹੇ ਮੇਰੇ ਮਾਲਕਾ, ਤੂੰ ਹੀ ਸੱਜਣ ਹੈਗਾ, ਮੇਰਾ ਮਿੱਤਰ ਹੈਗਾ ਆ, ਤੂੰ ਸਾਰਾ ਕੁਝ ਜਾਣਨ ਵਾਲਾ ਹੈਗਾ, ਤੂੰ ਆਪ ਹੀ ਮਿਲਾਉਣ ਵਾਲਾ ਹੈਗਾ ਆ। ਮਿਲਾਉਣ ਵਾਲਾ ਵੀ ਤੂੰ ਆਪ ਹੀ ਹੈਗਾ ਗੁਰੂ ਦੇ ਦੁਆਰਾ। ਗੁਰ ਸ਼ਬਦੀ ਸਲਾਹੀਏ ਅੰਤ ਨਾ ਬਾਰਾਵਾਰ। ਕਹਿੰਦੇ ਗੁਰੂ ਦੇ ਸ਼ਬਦ ਦੇ ਦੁਆਰਾ ਜਿਹੜਾ ਹੈਗਾ ਉਸ ਮਾਲਕ ਪਰਮਾਤਮਾ ਨੂੰ ਸਲਾਉਣਾ ਚਾਹੀਦਾ ਹੈ, ਜਿਹਦਾ ਕਿ ਅੰਤ ਤੇ ਪਾਰਾਵਾਰ ਨਹੀਂ ਹੈਗਾ। ਜਿੱਥੇ ਕਾਲ ਨਾ ਪੜ੍ਹੇ, ਜਿੱਥੇ ਗੁਰ ਕਾ ਸ਼ਬਦ ਅਪਾਰ। ਕਹਿੰਦੇ ਕਾਲ ਉੱਥੇ ਨਹੀਂ ਜਾ ਸਕਦਾ ਭਾਈ, ਉਸ ਅਭਿਆਸੀ ਨੂੰ ਨਹੀਂ ਤੰਗ ਕਰ ਸਕਦਾ ਜਿਸ ਅਭਿਆਸੀ ਦੇ ਅੰਦਰ ਗੁਰੂ ਦਾ ਸ਼ਬਦ ਹੈਗਾ ਭਾਈ। ਉਹ ਅਪਾਰ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਦੇ ਦੁਆਰਾ ਜਿਹੜਾ ਹੈਗਾ, ਜਿਹੜਾ ਉਹਦੀ ਭਗਤੀ ਕਰ ਰਿਹਾ ਆ, ਗੁਰੂ ਦੇ ਸ਼ਬਦ ਦੇ ਦੁਆਰਾ ਸ਼ਬਦ ਅਭਿਆਸ ਕਰ ਰਿਹਾ ਹੈ, ਜਿਹਦੇ ਅੰਦਰ ਸ਼ਬਦ ਗੁਰੂ ਪ੍ਰਗਟ ਹੋ ਗਿਆ। ਜਿੱਥੇ ਕਾਲ ਨਾ ਅਪੜੈ ਉੱਥੇ ਕਾਲ ਨਹੀਂ ਅਪੜ ਸਕਦਾ। ਹੁਕਮੀ ਸਭੇ ਉਪਜੈ ਹੁਕਮੀ ਕਾਰ ਕਮਾਏ। ਸਾਰੀ ਸ੍ਰਿਸ਼ਟੀ ਮਾਲਕ ਪਰਮਾਤਮਾ ਦੇ ਹੁਕਮ ਦੇ ਵਿੱਚ ਹੈਗੀ। ਸਾਰੀ ਸ੍ਰਿਸ਼ਟੀ ਮਾਲਕ ਪਰਮਾਤਮਾ ਨੇ ਪੈਦਾ ਕੀਤੀ ਹੈ, ਉਪਜੇ ਬਣਾਈ ਹੈ, ਪੈਦਾ ਹੁੰਦੇ ਆ ਸਾਰੇ ਸ੍ਰਿਸ਼ਟੀ ਦੇ ਵਿੱਚ ਜੀਵ ਹੁਕਮ ਦੇ ਵਿੱਚ ਹੀ ਆਉਂਦੇ ਆ ਔਰ ਹੁਕਮ ਦੇ ਵਿੱਚ ਹੀ ਕਾਰ ਕਮਾਉਂਦੇ ਆ। ਲਿਵ ਔਰ ਧਾਤ ਵਾਲੀ ਕਾਰ। ਹੁਕਮੀ ਸਭੇ ਉਪਜੈ ਹੁਕਮੀ ਕਾਰ ਕਮਾਏ। ਹੁਕਮੀ ਕਾਲੇ ਵਸ ਹੈ ਹੁਕਮੀ ਸਾਜ ਸਮਾਏ। ਦੋ ਆਪਸ਼ਨ ਹੈ, ਲਿਵ ਔਰ ਧਾਤ ਵਾਲਾ। ਧਾਤ ਵਾਲੇ ਜਿਹੜੇ ਹੈਗੇ ਆ ਮੈਟਰ ਦੇ ਨਾਲ, ਪਦਾਰਥਾਂ ਦੇ ਨਾਲ, ਚੋਗੇ ਦੇ ਨਾਲ ਜਿਨ੍ਹਾਂ ਨੂੰ ਇੰਟਰਸਟ ਹੈਗਾ ਉਹ ਕਾਲ ਦੇ ਵਸ ਹੈਗੇ। ਇਹ ਵੀ ਮਾਲਕ ਦਾ ਹੁਕਮ ਹੈ। ਇਹੀ ਕਿਹੜੇ ਆ ਮਾਲਕ ਪਰਮਾਤਮਾ ਦੀ। ਖੁਸ਼ ਹੈ ਮਾਲਕ ਪਰਮਾਤਮਾ, ਕੋਈ ਪ੍ਰੋਬਲਮ ਨਹੀਂ ਹੈ ਉਹਨਾਂ ਦੇ ਨਾਲ। ਹੁਕਮੀ ਕਾਲ ਵਸ ਹੈ ਹੁਕਮੀ ਸਾਜ ਸਮਾਏ। ਔਰ ਜਿਹੜੇ ਧਿਆਨ ਸਿਮਰਨ ਕਰਦੇ ਆ ਉਹ ਸੱਚ ਦੇ ਵਿੱਚ ਸਮਾ ਜਾਂਦੇ ਆ। ਇਹ ਵੀ ਮਾਲਕ ਪਰਮਾਤਮਾ ਦਾ ਪ੍ਰੋਵੀਜ਼ਨ ਹੈਗਾ, ਹੁਕਮ ਹੈਗਾ। ਇਹ ਦੋ ਹੀ ਹੈਗੇ ਰਸਤੇ, ਦੋਨਾਂ ਦੇ ਵਿੱਚ ਹੀ ਗਤੀ ਹੋਊਗੀ। ਦੋਨੋਂ ਮਾਲਕ ਨੂੰ ਮਨਜ਼ੂਰ ਹੈ, ਮਾਲਕ ਨੇ ਬਣਾਏ ਹੈ। ਹੁਕਮੀ ਸਭੇ ਉਪਜੈ ਹੁਕਮੀ ਕਾਰ ਕਮਾਏ। ਹੁਕਮੀ ਕਾਲੇ ਵਸ ਹੈ ਹੁਕਮੀ ਸਾਜ ਸਮਾਏ। ਨਾਨਕ ਜੋ ਤਿਸ ਭਾਵੈ ਸੋ ਥੀਐ ਇਨ ਜਨਤਾ ਵਸ ਕਿਛ ਨਾਹੇ। ਇਹ ਸਾਰੀ ਖੇਡ ਦਾ ਕਰਤਾ ਧਰਤਾ ਮਾਲਕ ਪਰਮਾਤਮਾ ਆਪ ਹੈਗਾ। ਜੋ ਉਹਨੂੰ ਪਾਉਂਦਾ ਹੈ ਉਹੀ ਹੁੰਦਾ ਹੈ। ਤੇ ਮਾਲਕ ਨੇ ਦੋ ਰਸਤੇ ਬਣਾਏ ਹੋਏ ਆ, ਲਿਵ ਔਰ ਧਾਤ ਦੇ। ਇਹਦੇ ਵਿੱਚ ਹੀ ਸਾਰੀ ਸ੍ਰਿਸ਼ਟੀ ਜਿਹੜੀ ਹੈਗੀ ਗਤੀ ਕਰ ਰਹੀ ਹੈ ਔਰ ਸਾਰੇ ਜੀਵ ਜਿਹੜੇ ਹੈਗੇ ਇਸੇ ਤਰੀਕੇ ਦੇ ਨਾਲ ਜਿਹੜੇ ਹੈਗੇ ਦੋਨੋਂ ਪਾਸੇ ਜਿਹੜੇ ਹੈ, ਕਾਲ ਵਾਲੇ ਪਾਸੇ ਵੀ ਤੇ ਸੱਚ ਵਾਲੇ ਪਾਸੇ ਵੀ, ਮਾਲਕ ਵਾਲੇ ਪਾਸੇ ਵੀ, ਇਹ ਜਿਹੜੀ ਹੈ ਸ੍ਰਿਸ਼ਟੀ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਹੈ ਖੇਡ ਮਾਲਕ ਦੀ ਚੱਲ ਰਹੀ ਹੈ। ਜਨਤਾ ਦੇ ਵੱਸ ਕੁਛ ਨਹੀਂ ਹੈ। ਜਨਤ ਕੋਈ ਤੀਸਰਾ ਆਪਸ਼ਨ ਨਹੀਂ ਹੈਗਾ ਇਹਨਾਂ ਦੇ ਕੋਲ ਵੀ ਇਹ ਕੁਛ ਕਰ ਦੇਣ, ਇਹ ਨਾ ਖੇਡ ਤੋਂ ਮੁਨੱਕਰ ਹੋ ਜਾਣ, ਨਾ ਹੀ ਪਾਏ। ਜੋ ਮਾਲਕ ਦੀ ਖੇਡ ਹੈਗੀ ਇਹਨਾਂ ਨੂੰ ਇਸ ਤਰ੍ਹਾਂ ਹੀ ਜਿਹੜਾ ਹੈਗਾ ਇਸ ਖੇਡ ਦੇ ਅੰਦਰ ਹੀ ਰਹਿਣਾ ਪਊਗਾ। ਆਹੀ ਰਸਤੇ ਹੈਗੇ, ਇਹਨਾਂ ਤੋਂ ਕੋਈ ਇੱਕ ਚੁਣਨਾ ਪਊਗਾ। ਨਾਨਕ ਜੋ ਤਿਸ ਭਾਵੈ ਸੋ ਥੀਐ ਇਨ ਜਨਤਾ ਵਸ ਕਿਛ ਨਾਹੇ। ਸ੍ਰੀ ਰਾਗ ਮਹੱਲਾ ਪਹਿਲਾ। ਮਨ ਝੂਠੈ ਤਨੇ ਝੂਠੈ ਜਿਹਵਾ ਝੂਠੀ ਹੋਏ। ਦੇਖ ਲਾ ਮਿੱਤਰਾ, ਇਹ ਮੇਰੇ ਮਨਾ ਸਮਝ ਲਾ। ਮਨ ਦੇ ਵਿੱਚ ਸਭ ਤੋਂ ਪਹਿਲਾਂ ਵਿਕਾਰ ਮਨ ਦੇ ਵਿੱਚ ਆਊਗਾ। ਮਨ ਝੂਠਾ ਹੋਊਗਾ ਸਭ ਤੋਂ ਪਹਿਲਾਂ। ਮਨ ਝੂਠਾ ਹੋ ਗਿਆ ਤੇ ਤੇਰਾ ਤਨ ਵੀ ਝੂਠਾ ਹੋ ਜਾਣਾ ਹੈ। ਸਰੀਰ ਨੇ ਹਰਕਤ 'ਚ ਆ ਜਾਣਾ ਹੈ, ਇੰਦਰੀਆਂ ਨੇ ਹਰਕਤ 'ਚ ਆ ਜਾਣਾ ਹੈ। ਮਨ ਝੂਠੇ ਤਨ ਝੂਠ ਹੈ, ਜਿਹਵਾ ਝੂਠੀ ਹੋਏ। ਤੇਰੀ ਜੀਭ ਵੀ ਝੂਠੀ ਹੋ ਜਾਣੀ ਆ। ਇਹ ਸਰੀਰ ਨੂੰ ਧੋਣ ਦੇ ਨਾਲ ਕੁਛ ਨਹੀਂ ਹੋਣਾ, ਤਨ ਨੂੰ ਧੋਣ ਦੇ ਨਾਲ ਕੁਛ ਨਹੀਂ ਹੋਣਾ। ਮਨ ਝੂਠੇ ਤਨ ਝੂਠ ਹੈ। ਮਨ ਨੂੰ ਫੜ। ਮਨ ਝੂਠੇ ਤਨ ਝੂਠ ਹੈ, ਜਿਹਵਾ ਝੂਠੀ ਹੋਏ। ਮੁਖ ਝੂਠ ਹੈ, ਝੂਠ ਬੋਲਣਾ ਕਿਉਂ ਕਰ ਸੂਚਾ ਹੋਏ।
ਫਿਰ ਮੁਖ ਦੇ ਨਾਲ ਝੂਠ, ਮੁਖ ਦੇ ਵਿੱਚ ਝੂਠ ਹੈ, ਝੂਠ ਹੀ ਬੋਲਦਾ ਹੈ ਇਨਸਾਨ, ਕਿਉਂਕਿ ਉਹਦੇ ਮਨ ਦੇ ਵਿੱਚ ਝੂਠ ਹੈਗੀ। ਇਸ ਕਾਰਨ ਫਿਰ ਸੁੱਚਾ ਕਿਉਂ ਹੋ ਸਕਦਾ ਹੈ? ਕਿਸ ਤਰ੍ਹਾਂ ਤੂੰ ਸੁੱਚਾ ਹੋ ਸਕਦਾ ਹੈ? ਇੱਧਰ ਤੀਰਥਾਂ ਤੇ ਨਹਾਉਣ ਦੇ ਨਾਲ, ਹੋਰ ਕਰਮ ਕਾਂਡਾਂ ਦੇ ਨਾਲ, ਸਰੀਰ ਨੂੰ ਜਿਹੜਾ ਹੈਗਾ ਸਾਫ਼ ਕਰਨ ਦੇ ਨਾਲ ਕਿਸ ਤਰ੍ਹਾਂ ਛੁੱਟਾ ਹੋ ਸਕਦਾ ਹੈ? ਦੱਸ। ਬਿਨ ਅਬ ਸ਼ਬਦ ਨਾ ਮਾਂਜੀਏ, ਸਾਚੇ ਤੇ ਸੱਚ ਹੋਏ। ਹੁਣ ਦੇਖ ਲਓ ਪੋਇਟਰੀ ਹੈਗੀ, ਸ਼ਬਦ ਨੂੰ ਥੋੜੀ ਨਾ ਮਾਂਜਣਾ ਹੈ ਆਪਾਂ ਨੇ। ਇੱਥੇ ਲਿਖਿਆ ਬਿਨ ਅਬ ਸ਼ਬਦ ਨਾ ਮਾਂਜੀਏ, ਸਾਚੇ ਤੇ ਸੱਚ ਹੋਏ। ਇਹਨੂੰ ਜਿਹੜਾ ਹੈਗਾ ਇਸ ਤੋਂ ਗਿਆਨ ਲੈਣਾ ਪਊਗਾ, ਇਹਦੇ ਵਿੱਚੋਂ ਬੁੱਝਣਾ ਪੈਣਾ ਹੈ ਗਿਆਨ। ਕਹਿੰਦੇ ਬਿਨ ਅਬ, ਹਿਰਦੇ ਨੂੰ ਮਾਂਜੇ ਬਗੈਰ, ਸ਼ਬਦ ਦੇ ਦੁਆਰਾ ਹਿਰਦੇ ਨੂੰ ਮਾਂਜੇ ਬਗੈਰ, ਇਸ ਸੱਚ ਤੋਂ ਬਗੈਰ ਕਿਉਂ ਸੱਚ ਨੂੰ ਪਾ ਸਕਦਾ ਹੈ? ਇਹ ਆ ਸੱਚ, ਇਸ ਤੋਂ ਬਗੈਰ ਕਿਵੇਂ ਸੱਚਾ ਹੋ ਸਕਦਾ ਹੈ ਤੂੰ? ਉਹ ਸੱਚੇ ਮਾਲਕ ਪਰਮਾਤਮਾ ਨੇ ਜਿਹੜਾ ਸੱਚਾ ਹੋਣ ਦਾ ਰਸਤਾ ਰੱਖਿਆ ਆ, ਉਹਦੇ ਨਾਲ ਹੀ ਸੱਚਾ ਹੋ ਸਕਦਾ ਆ। ਸ਼ਬਦ ਅਭਿਆਸ ਦੇ ਦੁਆਰਾ ਹੀ ਤੇਰਾ ਹਿਰਦਾ ਮਾਂਜਿਆ ਜਾ ਸਕਦਾ ਆ। ਇਹ ਮਨ ਦੀ ਝੂਠ ਲੈ ਸਕਦੀ ਆ। ਬਿਨ ਅਬ ਸ਼ਬਦ ਨਾ ਮਾਂਜੀਏ, ਸਾਚੇ ਤੇ ਸੱਚ ਹੋਏ। ਉਹ ਸੱਚੇ ਮਾਲਕ ਪਰਮਾਤਮਾ ਦੇ ਨਾਲ ਜੁੜੇਗਾ, ਸੱਚ ਦੇ ਨਾਲ ਜੁੜੇਗਾ, ਤਾਂ ਹੀ ਸੱਚਾ ਹੋਏਗਾ। ਉਸ ਮਾਲਕ ਪਰਮਾਤਮਾ ਵਰਗਾ ਹੋ ਜਾਏਗਾ। ਜਦ ਤੇਰੇ ਅੰਦਰ ਜਿਹੜਾ ਹੈਗਾ ਇਹ ਮਨ ਦੀ ਝੂਠ ਉਤਰ ਗਈ ਤੇ ਤੂੰ ਜਿਹੜਾ ਹੈਗਾ ਬੁੰਦ ਸਾਗਰ ਦੇ ਵਿੱਚ ਮਿਲ ਜਾਏਗੀ। ਮਨ ਝੂਠਾ, ਤਨ ਝੂਠਾ ਹੈ, ਜਿਹਵਾ ਝੂਠੀ ਹੋਏ। ਮੁਖ ਝੂਠਾ, ਝੂਠ ਬੋਲਣਾ ਕਿਉਂ ਕਰ ਸੂਚਾ ਹੋਏ। ਬਿਨ ਅਬ ਸ਼ਬਦ ਨਾ ਮਾਂਜੀਏ, ਸਾਚੇ ਤੇ ਸੱਚ ਹੋਏ। ਮੁੰਦੇ ਗੁਣਹੀਣੀ ਸੁਖ ਕੇ। ਇਹ ਜਵਾਨ ਇਸਤਰੀ ਹੈ, ਦੇਖ ਹਾਲੇ ਤੇਰੇ ਕੋਲ ਸਵਾਸ ਹੈਗੇ, ਤਾਕਤ ਹੈਗੀ, ਪ੍ਰਾਣ ਸ਼ਕਤੀ ਤੇਰੀ ਕਿੰਨੀ ਹੈਗੀ ਤੇਰੇ ਕੋਲ, ਤੇ ਗੁਣ ਕੋਈ ਵੀ ਨਹੀਂ ਹੈ ਤੇਰੇ ਕੋਲ, ਕੋਈ ਗੁਣ ਲੈ ਹੀ ਨਹੀਂ ਰਹੀ ਤੂੰ। ਮੁੰਦੇ ਗੁਣਹੀਣੀ, ਗੁਣਾ ਤੋਂ ਸਖਣੀ, ਸੁਖ ਕੇ। ਫਿਰ ਸੁੱਖ ਕਿਉਂ ਕਰ ਰਹੀ ਹੈ? ਸੁੱਖ ਕਾਹਦੇ ਵਾਸਤੇ ਮੰਗ ਰਹੀ ਹੈ? ਕਾਹਦਾ ਸੁੱਖ ਤੈਨੂੰ ਆ ਸਕਦਾ ਹੈ? ਫਿਰ ਤੂੰ ਸੁਖੀ ਕਿਵੇਂ ਹੋ ਸਕਦੀ ਹੈ? ਦੱਸ। ਗੁਣਾ ਤੋਂ ਸਖਣੀ ਰਹਿ ਕੇ ਸੁੱਖ ਕਿਵੇਂ ਪ੍ਰਾਪਤ ਕਰ ਸਕਦੇ ਹਾਂ ਆਪਾਂ? ਸੁੱਖ ਚਾਹੀਦੇ ਤੇ ਗੁਣ ਲੈਣੇ ਪੈਣੇ ਆ, ਅਵਗੁਣ ਛੱਡਣੇ ਪੈਣੇ। ਗੁਣ ਲਵਾਂਗੇ ਆਟੋਮੈਟਿਕਲੀ ਅਵਗੁਣ ਚਲੇ ਜਾਣਗੇ। ਗੁਣਾਂ ਦੀ ਆਪਾਂ ਨੂੰ ਜਿਹੜੇ ਹੈਗੇ ਗੁਣਾਂ ਦੇ ਵਿੱਚ ਜਿਹੜਾ ਹੈਗੇ ਪ੍ਰੈਕਟਿਸ ਗੁਣਾਂ ਦੀ ਕਰਨੀ ਪਊਗੀ। ਮੁੰਦੇ ਗੁਣਹੀਣੀ, ਸਤ ਸੰਤੋਖ ਦਇਆ ਧਰਮ ਧੀਰਜ, ਇਹ ਗੁਣ ਤਾਂ ਲੈਣੇ ਪੈਣੇ ਆ ਭਾਈ। ਮੁੰਦੇ ਗੁਣਹੀਣੀ ਸੁਖ ਕੇ, ਫਿਰ ਰਲੀਆਂ ਰਸ ਮਾਨਸੀ, ਸਾਚ ਸ਼ਬਦੇ ਸੁਖ ਨੇ। और मालिक परमात्मा ਦੇ ਨਾਲ ਰਲੀਆਂ ਮੰਨ ਲੈਂਗੀ, ਰਸ ਲੈ ਲੈਂਗੀ, ਅੰਮ੍ਰਿਤ ਰਸ ਮਾਣ ਲੈਂਗੀ। ਸੱਚੇ ਸ਼ਬਦ ਦੇ ਦੁਆਰਾ ਜੇ परमात्मा ਦੇ ਨਾਲ ਪਿਆਰ ਪਾ ਲੈਂਗੀ ਤਾਂ ਸਾਚ ਸ਼ਬਦੇ ਸੁਖ ਨੇ। ਆਹੀ ਸੁਖ ਹੈ ਭਾਈ, ਆਹੀ ਪਿਆਰ ਹੈ। ਇਸ ਸੱਚੇ ਸ਼ਬਦ ਦੇ ਦੁਆਰਾ ਹੀ ਪਿਆਰ ਪੈਣਾ ਹੈ। ਰਹਾਓ ਫਿਰ ਪਰਦੇਸੀ ਜੇ ਥੀਏ, ਧਨ ਵਾਂਡੀ ਝੂਰੇ। ਜੇ ਜਿਹੜੀ ਜੀਵ ਇਸਤਰੀ ਦਾ ਪਤੀ ਪਰਦੇਸੀ ਹੋ ਗਿਆ, ਪ੍ਰਦੇਸ਼ ਚਲਾ ਗਿਆ, ਤੇ ਧਨ ਜਿਹੜੀ ਹੈਗੀ ਉਹ ਵੀ ਪਰਦੇਸਣ ਹੋ ਗਈ। ਫਿਰ ਮਾਲਕ ਪਰਮਾਤਮਾ ਤੋਂ ਦੂਰ, ਆਪਣੇ ਪਤੀ ਤੋਂ ਦੂਰ, ਫਿਰ ਝੁਰਦੀ ਹੈ, ਦੁਖੀ ਹੁੰਦੀ ਹੈ। ਫਿਰ ਪਰਦੇਸੀ ਜੇ ਥੀਏ, ਧਨ ਵਾਂਡੀ ਝੂਰੇ। ਜਿਉਂ ਜਲ ਥੋੜੇ ਮਛਲੀ, ਕਰਨ ਪਲਾ ਕਰੇ। ਜਿਵੇਂ ਮੱਛੀ ਜਿਹੜੀ ਹੈਗੀ ਆ, ਥੋੜਾ ਜਿਹਾ ਜਲ ਹੋਏ ਤੇ ਮੱਛੀ ਜਿਹੜੀ ਹੈ ਨਾ ਮਰ ਸਕੇ ਤੇ ਨਾ ਜੀ ਸਕੇ, ਔਰ ਦੁਖੀ ਹੁੰਦੀ ਰਹਿੰਦੀ ਹੈ, ਕਰਨ ਪਲਾ ਕਰਦੀ ਰਹਿੰਦੀ, ਤਰਲੋ ਮੱਛੀ ਹੁੰਦੀ ਰਹਿੰਦੀ ਹੈ। ਤਰਲੋ ਮੱਛੀ ਕਹਿੰਦੇ ਆ ਐਗਜ਼ਾਮ ਇਹਦਾ ਜਿਹੜਾ ਹੈਗਾ। ਉਹ ਕਹਿੰਦੇ ਜਿਉਂ ਜਲ ਥੋੜੇ ਮਛਲੀ, ਕਰਨ ਪਲਾ ਕਰੇ। ਐਵੇਂ ਜਿਹੜਾ ਹੈਗਾ ਇਨਸਾਨ ਜਿਹੜਾ ਹੈਗਾ ਉਸ ਮਾਲਕ ਪਰਮਾਤਮਾ ਦੀ ਭਗਤੀ ਤੋਂ ਵਾਂਝਾ ਰਹਿ ਕੇ, ਧਿਆਨ ਸਿਮਰਨ ਵਾਲੇ ਰਸਤੇ ਤੇ ਨਹੀਂ ਜਾ ਕੇ, ਔਰ ਮਾਇਆ ਦੇ ਵਿੱਚ ਐਸੇ ਤਰੀਕੇ ਦੇ ਨਾਲ ਤਰਲੋ ਮੱਛੀ ਹੁੰਦਾ ਰਹਿੰਦਾ ਹੈ। ਬਿਨ ਪਰਦੇਸੀ ਜੇ ਥੀਏ, ਧਨ ਵਾਂਡੀ ਝੂਰੇ। ਜਿਉਂ ਜਲ ਥੋੜੇ ਮਛਲੀ, ਕਰਨ ਪਲਾਵ ਕਰੇ। ਬਿਨ ਪਿਰ ਭਾਵੈ ਸੁਖ ਪਾਈਏ, ਜਾਂ ਆਪੇ ਨਦਰ ਕਰੇ। ਜੇ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਦੇ ਵੱਲ ਨੂੰ ਉਹਦਾ ਧਿਆਨ ਹੋ ਜਾਏ, ਮਾਲਕ ਪਰਮਾਤਮਾ ਵੱਲ ਨੂੰ ਜਿਹੜਾ ਹੈਗਾ
ਜਿਹੜਾ ਹੈਗਾ ਉਹ ਗਤੀ ਕਰਨੀ ਸ਼ੁਰੂ ਕਰਦਾ ਹੈ। ਫਿਰ ਉਹਨੂੰ ਭਾ ਜਾਏ ਤੇ ਮਾਲਕ ਨੂੰ ਵੀ ਉਹ ਭਾ ਜਾਏਗੀ। ਫਿਰ ਤੇ ਸੁਖੀ ਪਰਮਾਤਮਾ ਉਹਨੂੰ ਸੁਖੀ ਕਰ ਦਿੰਦਾ ਹੈ, ਸੁਖ ਪ੍ਰਾਪਤ ਹੋ ਜਾਂਦਾ ਹੈ, ਮਾਲਕ ਦੀ ਮਿਹਰ ਹੋ ਜਾਂਦੀ ਹੈ। ਡਿਮਾਂਡ ਜਿਹੜੀ ਹੈਗੀ ਆ ਜੀਵ ਨੇ ਕਰਨੀ ਹੈ। ਬਾਕੀ ਸਾਰੀ ਜੂਨਾਂ ਜਿਹੜੀਆਂ ਹੈਗੀਆਂ ਉਹਨਾਂ ਕੋਲ ਕੋਈ ਆਪਸ਼ਨ ਨਹੀਂ ਹੈਗਾ। ਇੱਕ ਇਨਸਾਨ ਐਸਾ ਹੈ ਜਿਹਦੇ ਕੋਲ ਆਪਸ਼ਨ ਹੈਗਾ, ਜਿਹੜਾ ਦੋਨੋਂ ਪਾਸੇ ਜਿਹੜਾ ਹੈਗਾ ਜਿਹੜੇ ਮਰਜ਼ੀ ਪਾਸੇ ਨੂੰ ਚੂਜ਼ ਕਰ ਸਕਦਾ ਹੈ। ਆਪਣੇ ਪਿਰ ਨੂੰ ਵੀ ਪਾ ਸਕਦਾ ਹੈ ਔਰ ਮਾਇਆ ਨੂੰ ਵੀ ਪਾ ਸਕਦਾ ਹੈ। ਮਾਇਆ ਨੂੰ ਵੀ ਮਾਇਆ ਦੀ ਖਿੱਚ ਵੀ ਬਣਾ ਸਕਦਾ ਹੈ। ਜੇ ਪਿਰ ਪਾ ਜਾਏ, ਪਿਰ ਭਾਵੈ। ਹੁਣ ਇਹ ਨਹੀਂ ਹੈ ਵੀ ਮਾਲਕ ਨੂੰ ਜਿਹੜੀ ਪਾ ਜਾਏਗੀ ਤੇ ਉਹਨੂੰ ਸੁਖੀ ਕਰ ਦੂਗਾ। ਠੀਕ ਹੈ, ਮਾਲਕ ਨੂੰ ਕਿਹੜੀ ਪਾਉਗੀ? ਫਿਰ ਉਹਦੇ ਲਈ ਮਾਲਕ ਨੂੰ ਜਿਹੜਾ ਹੈਗਾ ਕਸੌਟੀ ਕਿਹੜੀ ਹੈਗੀ ਚੂਜ਼ ਕਰਨ ਦੀ? ਕਸੌਟੀ ਤਾਂ ਉਹੀ ਹੈ ਭਾਈ, ਜਿਹੜਾ ਬੱਚਾ ਪਿਓ ਨੂੰ ਜਿਹੜਾ ਕਹਿੰਦਾ ਮੈਨੂੰ ਚੁੱਕ ਲਾ, ਉਸੇ ਨੂੰ ਬਾਪੂ ਫਿਰ ਚੁੱਕਦਾ। ਜਿਹੜਾ ਖੇਡ ਦੇ ਵਿੱਚ ਮਸਤ ਹੈ, ਖਿਡੌਣਿਆਂ ਦੇ ਨਾਲ ਖੇਡੀ ਜਾਂਦਾ, ਉਹਨੂੰ ਤਾਂ ਮਾਂ ਵੀ ਭੁੱਲ ਜਾਂਦੀ ਹੈ ਦੁੱਧ ਪਿਲਾਉਣਾ ਭਾਈ। ਫਿਰ ਭਾਵੈ ਸੁਖ ਪਾਈਏ ਜਾਂ ਆਪੇ ਨਜ਼ਰ ਕਰੇ। ਇਸ ਤਰ੍ਹਾਂ ਮਾਲਕ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਭਾਈ। ਫਿਰ ਸਲਾਹੀ ਆਪਣਾ ਸਖੀ ਸਹੇਲੀ ਨਾਲ। ਦੇਖ ਲਓ, ਕਹਿੰਦੇ ਜੇ ਦੇਖ ਲੈ ਕੱਲਾ ਤੇਰਾ ਜਿਹੜਾ ਹੈ ਮਨ ਨੇ ਤੈਨੂੰ ਜਿਹੜਾ ਹੈਗਾ ਨਹੀਂ ਜਿਹੜਾ ਹੈਗਾ ਇਹ ਧਿਆਨ ਸਿਮਰਨ ਭਗਤੀ ਕਰਨ ਦੇਣੀ। ਇਸ ਕਰਕੇ ਜਿਹੜਾ ਹੈਗਾ ਸੰਗਤ ਦੇ ਵਿੱਚ ਸਖੀ ਸਾਥੀ ਜਿਹੜੇ ਧਿਆਨ ਸਿਮਰਨ ਕਰਨ ਵਾਲੇ ਆ ਉਹਨਾਂ ਦੀ ਸੰਗਤ ਦੇ ਵਿੱਚ ਜਾ ਕੇ ਭਗਤੀ ਕਰ। ਫਿਰ ਸਲਾਹੀ ਆਪਣਾ ਸਖੀ ਸਹੇਲੀ ਨਾਲ। ਤਨੇ ਸੋਹੈ ਮਨ ਮੋਹੀਆ ਰੱਤੀ ਰੰਗ ਨਿਹਾਲ। ਕਹਿੰਦੇ ਕਿਹੜੀਆਂ? ਕਹਿੰਦੇ ਜਿਨ੍ਹਾਂ ਦੇ ਅੰਦਰ ਉਹ ਮਾਲਕ ਪਰਮਾਤਮਾ, ਸੋਹਣਾ ਮਾਲਕ ਪਰਮਾਤਮਾ ਜਿਹੜਾ ਹੈਗਾ ਸੋਭ ਰਿਹਾ ਆ, ਜਿਨ੍ਹਾਂ ਦਾ ਮਨ ਮੋਹਿਆ ਹੋਇਆ ਆ, ਜਿੰਨੀ ਰੱਤੀਆਂ ਹੋਈਆਂ ਆ ਉਹ ਮਾਲਕ ਪਰਮਾਤਮਾ ਦੇ ਰੰਗ ਦੇ ਵਿੱਚ ਨਿਹਾਲੋ ਨਿਹਾਲ ਹੋਈਆਂ ਪਈਆਂ ਆ। ਕਹਿੰਦੇ ਉਹਨਾਂ ਦੇ ਨਾਲ ਉਹਨਾਂ ਦੀ ਸੰਗਤ ਕਰਕੇ ਆਪਣੇ ਮਾਲਕ ਨੂੰ ਸਲਾਹ ਲਾ। ਫਿਰ ਸਲਾਹੀ ਆਪਣਾ ਸਖੀ ਸਹੇਲੀ ਨਾਲ। ਤਨੇ ਸੋਹੈ ਮਨ ਮੋਹੀਆਂ ਰੱਤੀ ਰੰਗ ਨਿਹਾਲ। ਤੇਰੇ ਅੰਦਰ ਵੀ ਉਹ ਮਾਲਕ ਪਰਮਾਤਮਾ ਸੋਭ ਜਾਏਗਾ, ਤੇਰਾ ਵੀ ਮਨ ਮੋਇਆ ਜਾਊਗਾ, ਤੂੰ ਵੀ ਰੱਤੀ ਜਾਏਂਗੀ, ਨਿਹਾਲੋ ਨਿਹਾਲ ਹੋ ਜਾਏਂਗੇ ਉਹਦੇ ਰੰਗ ਦੇ ਵਿੱਚ। ਸ਼ਬਦੇ ਸਵਾਰੀ ਸੋਹਣੀ ਫਿਰ ਰਾਵੇ ਗੁਣ ਨਾਲ। ਪਰ ਇੱਕ ਕੰਡੀਸ਼ਨ ਹੈਗੀ ਭਾਈ, ਸ਼ਬਦ ਦੇ ਦੁਆਰਾ ਹੀ ਸਵਾਰਿਆ ਜਾਣਾ ਹੈ ਜੀਵਨ। ਸੋਹਣੀ ਬਣ ਸਕਦੀਆਂ ਔਰ ਮਾਲਕ ਪਰਮਾਤਮਾ ਨੂੰ ਰਾਵ ਸਕਦੀਆਂ। ਕੰਡੀਸ਼ਨ ਇਹੀ ਹੈਗੀ ਭਾਈ ਵੀ ਗੁਣ ਹੋਣੇ ਚਾਹੀਦੇ ਆ ਨਾਲ। ਗੁਣਾਂ ਤੋਂ ਬਗੈਰ ਗੱਲ ਨਹੀਂ ਬਣਨੀ, ਗੁਣ ਲੈਣੇ ਪੈਣੇ ਆ। ਕਾਮਣੇ ਕਾਮ ਨਾ ਆਵਈ ਖੋਟੀ ਅਵਗੁਣ ਯਾਰ। ਨਹੀਂ ਗੁਣ ਲੈਂਗੀ ਤੇ ਫਿਰ ਭਾਈ ਦੇਖ ਲਾ ਇੰਨਾ ਸੋਹਣਾ ਮਨੁੱਖੀ ਜੂਨ ਮਿਲਿਆ, ਇੰਨੀ ਸੋਹਣੀ ਆ ਕਾਮਣ ਇਸਤਰੀ ਹੈ, ਕਿਸੇ ਕੰਮ ਨਹੀਂ ਆਏਗੀ। ਇਹ ਤੇਰੀ ਜਵਾਨੀ ਤੇਰਾ ਮਨੁੱਖਾ ਜੂਨ ਕਿਸੇ ਵੀ ਕੰਮ ਨਹੀਂ ਆਉਣਾ। ਕਾਮਣੇ ਕਾਮ ਨਾ ਆਵੇ ਖੋਟੀ ਅਵਗੁਣ ਯਾਰ। ਜੇ ਅਵਗੁਣ ਹੀ ਰੱਖेंगे, ਖੋਟੀ रहेंगी ਤੇ ਭਾਈ ਕਿਸੇ ਕੰਮ ਨਹੀਂ ਆਏਗਾ। ਫਿਰ ਕੀ ਹੋਏਗਾ? ਨਾ ਸੁਖ ਪਈਏ ਸਾਹੁਰੇ ਝੂਠ ਜਲੀ ਵੇਕਾਰ। ਕਹਿੰਦੇ ਨਾ ਤਾਂ ਸੁਖ ਪੇਕੇ ਘਰ ਦੇ ਵਿੱਚ ਹੀ, ਇੱਥੇ ਵੀ ਰਹਿਣ ਨੂੰ ਨਹੀਂ ਮਿਲਦਾ, ਇੱਥੋਂ ਵੀ ਸਰੀਰ ਗਿਆ ਤੇ ਸਹੁਰੇ ਘਰ 'ਚ ਵੀ ਨਹੀਂ ਰੱਖਿਆ। ਉੱਥੇ ਮਾਲਕ ਨੇ ਝੂਠ ਦੇ ਨਾਲ ਜਲ ਗਈ ਬੇਕਾਰ, ਵਿਸ਼ੇ ਵਿਕਾਰਾਂ ਦੇ ਵਿੱਚ ਮਨੁੱਖੀ ਜੂਨ ਸਾੜ ਦਿੱਤੀ। ਨਾ ਸੁਖ ਪਈਏ ਸਾਹੁਰੇ ਝੂਠ ਜਲੀ ਵੇਕਾਰ। ਪਤਾ ਨਹੀਂ ਜਿਹੜਾ ਹੈਗਾ। ਹੁਣ ਦੇਖ ਲਓ ਆਪਾਂ ਫਿਰ ਜਿਹੜੇ ਪੰਜਾਂ ਤੱਤਾਂ ਦਾ ਸਰੀਰ ਹੈਗਾ, ਫਿਰ ਜਿਹੜਾ ਹੈਗਾ ਆਪਣਾ ਸਰੀਰ ਜਿਹੜਾ ਹੈਗਾ ਇੱਕ ਤੱਤ ਦਾ ਹੀ ਹੋ ਜਾਂਦਾ ਹੈ, ਦਿਸਦਾ ਹੀ ਨਹੀਂ ਹੈ ਆਪਣਾ ਸਰੀਰ। ਉਹ ਜਿਹੜਾ ਹੈਗਾ ਪਤਾ ਨਹੀਂ ਕਿੰਨਾ ਕੁ ਸਮਾਂ ਰਹਿਣਾ ਉਹ ਪ੍ਰੇਤ ਦੀ ਜੂਨ ਦੇ ਵਿੱਚ, ਕਿੰਨਾ ਕੁ ਸਮਾਂ ਜਦ ਤੱਕ ਨੈਕਸਟ ਜਿਹੜਾ ਹੈਗਾ ਆਪਾਂ ਨੂੰ ਸਰੀਰ ਨਹੀਂ ਲੱਭਦਾ। ਨਾ ਸੁਖ ਪਈਏ ਸਹੁਰੇ ਝੂਠ ਜਲੀ ਵੇਕਾਰ। ਆਵਣ ਵੰਜਨ ਡਾਖੜੋ ਛੋਡੀ ਕੰਤ ਵਿਸਾਰ। ਮਾਲਕ ਪਰਮਾਤਮਾ ਵੀ ਜਿਹੜਾ ਹੈਗਾ, ਕਿਉਂਕਿ ਜਿਹੜਾ ਇੰਟਰਸਟ, ਜਿਹਨੂੰ ਮਾਲਕ ਦੇ ਨਾਲ ਇੰਟਰਸਟ ਨਹੀਂ ਹੈਗਾ, ਜਿਹਦੀ ਡਿਮਾਂਡ ਹੀ ਮਾਇਆ ਹੈਗੀ ਆ, ਮਾਇਆ ਦੇ ਵਿੱਚ ਜਿਹੜਾ ਹੈਗਾ ਖੁਸ਼ੀ ਮਾਣ ਰਿਹਾ ਆ, ਤੇ ਮਾਲਕ ਪਰਮਾਤਮਾ ਵੀ ਫਿਰ ਜਿਹੜਾ ਹੈਗਾ ਉਹ ਵੀ ਨਹੀਂ ਉਹਦੀ ਕੇਅਰ ਕਰਦਾ। ਉਹਦੇ ਵਾਸਤੇ ਫਿਰ ਆਉਣਾ ਜਾਣਾ ਜਿਹੜਾ ਹੈਗਾ ਡਾਖੜੋ ਕਹਿੰਦੇ ਬੜਾ ਜਿਹੜਾ ਹੈਗਾ ਤਕਲੀਫ ਦੇ, ਉਹ ਆਉਣਾ ਜਾਣਾ
ਲਾਗੂ ਹੋ ਜਾਂਦਾ ਹੈ ਭਾਈ। ਆਵਣ ਵੰਜਣ ਡਾਖੜੋ ਛੋਡੀ ਕੰਤ ਵਿਸਾਰ। ਫਿਰ ਕੀ ਨਾਰ ਸੁਹਾਵਣੀ ਮੁੱਤੀ ਸੋ ਕਿਤ ਸਾਧ। ਕਹਿੰਦੇ ਕਿੰਨੀ ਸੋਹਣਾ ਤੈਨੂੰ ਮਨੁੱਖੀ ਜੂਨ ਮਿਲੀ ਸੀਗੀ, ਮਨੁੱਖੀ ਸਰੀਰ ਮਿਲਿਆ ਸੀ ਤੈਨੂੰ। ਕਿੰਨਾ ਅਵਸਰ ਸੀਗਾ, ਦੇਖ ਕਿੰਨਾ ਅਵਸਰ ਸੀਗਾ ਤੇਰੇ ਕੋਲ। ਇੰਨੀ ਸੋਹਣੀ ਸੀ ਤੂੰ, ਪਰਮਾਤਮਾ ਦੀ ਨਾਰ ਸੋਹਣੀ, ਮਾਲਕ ਦੀ ਜਿਹੜੀ ਹੈਗੀ ਹੈ ਸੁਹਾਗਣ ਹੋ ਸਕਦੀ ਸੀ ਤੂੰ। ਹੈਂ ਮੁੱਤੀ ਸੋ ਕਿਤ ਸਾਧ। ਤੂੰ ਕਿਹੜੇ ਸਵਾਦ ਦੇ ਨਾਲ ਠਗੀ ਗਈ, ਕਿਉਂ ਦੁਹਾਗਣ ਹੋ ਗਈ। ਮੁੱਤੀ ਕਿਹਦੇ ਨਾਲ, ਦੁਹਾਗਣ ਮੁੱਤੀ ਚੁੱਟੜ ਕਿਉਂ ਹੋ ਗਈ। ਫਿਰ ਕੀ ਨਾਰ ਸੁਹਾਵਣੀ ਮੁੱਤੀ ਸੋ ਕਿਤ ਸਾਧ। ਮੁੱਤੀ ਮਤਲਬ ਛੁੱਟੜ। ਫਿਰ ਕੀ ਨਾਰ ਸੁਹਾਵਣੀ ਮੁੱਤੀ ਸੋ ਕਿਤ ਸਾਧ। ਫਿਰ ਕੇ ਕਾਮ ਨਾ ਆਵਈ ਬੋਲੇ ਫਾਦਲਬਾਦ। ਫਾਲਤੂ ਜਿਹੜਾ ਹੈਗਾ, ਫਾਲਤੂ ਗਿਆਨ ਘੋਟੀ ਜਾ ਰਿਹਾ ਆ, ਔਰ ਕੰਮ ਜਿਹੜਾ ਹੈਗਾ ਮਾਲਕ ਪਰਮਾਤਮਾ ਦੇ ਜਿਹੜੇ ਹੈਗੇ ਆ, ਪਰਮਾਤਮਾ ਦਾ ਸਾਥ ਹੈ ਨਹੀਂਗਾ। ਗੱਲਾਂ ਬਾਤਾਂ ਐਵੇਂ ਫਾਦਲ ਫਿਜ਼ੂਲ, ਫਾਦਲ ਮਤਲਬ ਫਿਜ਼ੂਲ, ਵਾਦ ਵਿਵਾਦ ਗੱਲਾਂ ਕਾਦੇ ਵਾਸਤੇ, ਇਹਨਾਂ ਦੇ ਨਾਲ ਕੀ ਹੋਣਾ ਆ। ਫਿਰ ਕਹਿ ਕਾਮ ਨਾ ਆਵਈ ਬੋਲੇ ਫਾਦਿਲਬਾਦ। ਦਰ ਘਰੇ ਢੋਈ ਨਾ ਲਹੈ ਛੂਟੀ ਦੂਜੇ ਸਾਧ। ਕਹਿੰਦੇ ਦਰ ਤੇ ਘਰ ਤੇ ਮਾਲਕ ਦਾ ਨਾਮ ਦਾ ਦਰ ਹੀ ਪਤਾ ਲੱਗਦਾ ਹੈ, ਨਾ ਹੀ ਉਹਦੇ ਘਰ ਦੇ ਵਿੱਚ ਢੋਈ ਮਿਲਦੀ ਆ ਪਤੀ ਪਰਮਾਤਮਾ ਦੇ। ਤੇ ਛੁੱਟੜ ਦੀ ਛੁੱਟੜ ਰਹਿੰਦੀ ਆ। ਕਿਉਂ ਛੁੱਟੜ ਹੋ ਗਈ, ਕਿਉਂ ਮੁੱਤੀ, ਕਿਉਂਕਿ ਦੂਜੇ ਸਾਧ ਮਾਇਆ ਚੰਗੀ ਲੱਗਦੀ ਆ, ਰਸਕਸ ਚੰਗੇ ਲੱਗਦੇ ਆ। ਉੱਪਰ ਕੁਐਸਚਨ ਸੀਗਾ ਫਿਰ ਕੀ ਨਾਰ ਸੁਹਾਵਣੀ ਮੁੱਤੀ ਸੋ ਕਿਤ ਸਾਧ। ਇੱਥੇ ਆਨਸਰ ਹੈਗਾ ਛੂਟੀ ਦੂਜੇ ਸਾਧ। ਪੰਡਿਤ ਵਾਚੇ ਪੋਥੀਆਂ ਨਾ ਬੂਝੇ ਵਿਚਾਰ। ਗਿਆਨ ਨੂੰ ਵਾਚੀ ਜਾਂਦੇ, ਪੰਡਿਤ ਬਣੇ ਹੋਏ ਮੇਰੇ ਵਰਗੇ ਜਿਹੜੇ ਹੈਗੇ ਘੋਟੀ ਜਾ ਰਹੇ ਗਿਆਨ। ਪੰਡਿਤ ਵਾਚੇ ਪੋਥੀਆਂ ਨਾ ਬੂਝੇ ਵਿਚਾਰ। ਵਿਚਾਰ ਤਾਂ ਬੁੱਝ ਨਹੀਂ ਰਹੇ, ਗਿਆਨ ਕਹਿ ਕੀ ਰਿਹਾ ਆ, ਉਹਨੂੰ ਵਿਚਾਰਦੇ ਹੀ ਨਹੀਂ ਹੈਗੇ, ਉਹਦੇ ਅਨੁਸਾਰ ਚੱਲਦੇ ਹੀ ਨਹੀਂ ਹੈਗੇ। ਪੰਡਿਤ ਵਾਚੇ ਪੋਥੀਆਂ ਨਾ ਬੂਝੇ ਵਿਚਾਰ। ਅਨ ਕੋ ਮਤੀ ਦੇ ਚਲੇ ਮਾਇਆ ਕਾ ਵਪਾਰ। ਦੂਜਿਆਂ ਨੂੰ ਮੱਤਾਂ ਦੇ ਜਾਂਦੇ ਆ, ਔਰ ਅੰਦਰ ਆਪ ਜਿਹੜੇ ਅੰਦਰ ਖਾਤੇ ਜਿਹੜਾ ਹੈਗਾ ਆਪਾਂ ਮਾਇਆ ਦੀ ਖਿੱਚ ਪਈ ਹੋਈ ਆ, ਮਾਇਆ ਦੇ ਵਪਾਰ ਦੇ ਵਿੱਚ ਹੀ ਲੱਗੇ ਹੋਏ ਆ। ਕਥਨੀ ਝੂਠੀ ਜਗ ਪਵੈ ਰਹਿਣੀ ਸ਼ਬਦ ਸੁਸਾਰ। ਇਹ ਝੂਠੀ ਕਥਨੀ ਆ, ਸਾਰਾ ਸੰਸਾਰ 84 ਲੱਖ ਜੂਨਾਂ ਦੇ ਵਿੱਚ ਘੁੰਮੀ ਜਾ ਰਿਹਾ ਹੈ, ਘੁੰਮੀ ਜਾ ਰਿਹਾ ਹੈ। ਜਿਹਨੇ ਰਹਿਣਾ ਹੈ, ਜਿਹਦੇ ਕੋਲ ਰਹਿਣੀ ਹੈਗੀ, ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚਿਹਰਾ। ਹਾਂ ਰਹਿਣੀ ਹੈ ਭਾਈ ਸ਼ਬਦ ਸੁਸਾਰ, ਸ਼ਬਦ ਅਭਿਆਸ, ਧਿਆਨ ਸਿਮਰਨ, ਆ ਰਹਿਣੀ ਹੈ ਜਿਹਦੇ ਕੋਲ, ਉਹ ਬਚ ਜਾਂਦਾ ਹੈ ਭਾਈ। ਬਾਕੀ ਸਾਰੀ ਕਥਨੀ ਝੂਠੀ ਹੈਗੀ, ਗੱਲਾਂ ਬਾਤਾਂ ਝੂਠੀਆਂ ਹੈਗੀਆਂ। ਪੰਡਿਤ ਵਾਚੇ ਪੋਥੀਆਂ, ਪੋਥੀਆਂ ਲਿਖਿਆ ਹੋਇਆ ਭਾਈ ਦੇਖ ਲਓ। ਆਪਾਂ ਗਿਆਨੀ ਹੈਗੇ ਸਾਰੇ, ਖਾਲੀ ਵਾਚ ਰਹੇ ਆ, ਬੁੱਝ ਨਹੀਂ ਰਹੇ ਜੋ ਗਿਆਨ ਕਹਿ ਰਿਹਾ ਆ। ਬੁੱਝਣਾ ਕੀ ਹੈਗਾ, ਜਦ ਆਪਾਂ ਚੱਲਾਂਗੇ ਗਿਆਨ ਨੂੰ ਕਮਾਵਾਂਗੇ ਤਾਂ ਬੁੱਝਣਾ ਹੋਊਗਾ। ਪੰਡਿਤ ਵਾਚੇ ਪੋਥੀਆਂ ਦੋ ਇੱਕ ਦੂਸਰੇ ਨੂੰ ਬਸ ਇਹੀ ਉਹ ਹੁੰਦੀ ਹੈ ਬਈ ਮੱਤ ਦੇ ਦੋ, ਦੂਜੇ ਨੂੰ ਮੱਤ ਦੇ ਦੋ, ਆਪ ਜਿਹੜਾ ਹੈਗਾ ਨਾ ਕਰੋ, ਆਪ ਮਾਇਆ ਦਾ ਵਪਾਰ। ਪੰਡਿਤ ਵਾਚੇ ਪੋਥੀਆਂ ਨਾ ਬੂਝੇ ਵਿਚਾਰ। ਅਨ ਕੋ ਮਤੀ ਦੇ ਚਲੇ ਮਾਇਆ ਕਾ ਵਪਾਰ। ਕਥਨੀ ਝੂਠੀ ਜਗ ਪਵੈ ਰਹਿਣੀ ਸ਼ਬਦ ਸੁਸਾਰ। ਕਹਤੇ ਪੰਡਿਤ ਜੋਤ ਕੀ ਬੇਦਾਂ ਕਰੇ ਵਿਚਾਰ। ਕਹਿੰਦੇ ਕਿੰਨੇ ਕੁ ਗਿਆਨੀ ਹੈਗੇ ਭਾਈ, ਗਿਣੇ ਹੀ ਨਹੀਂ ਜਾ ਸਕਦੇ। ਕਿੰਨੇ ਜੋਤਕੀ ਹੈਗੇ, ਜੋਤਸ਼ੀ ਹੈਗੇ, ਵੇਦਾਂ ਦਾ ਵਿਚਾਰ ਕਰੀ ਜਾ ਰਹੇ, ਗਿਆਨ ਦਾ ਵਿਚਾਰ ਕਰੀ ਜਾ ਰਹੇ। ਆ ਵਿਚਾਰ ਵਾਲੇ ਵੀ ਰਗੜਤੇ ਮਹਾਰਾਜ ਨੇ। ਕੱਲੇ ਵਿਚਾਰ ਦੇ ਨਾਲ ਕੁਛ ਨਹੀਂ ਹੋਣਾ, ਕਹਿੰਦੇ ਜਦ ਤੱਕ ਐਕਸ਼ਨ ਨਹੀਂ ਹੋਊਗੀ ਤਦ ਤੱਕ। ਜਿਹੜਾ ਗੁਰੂ ਕੰਮ ਕਰਨ ਨੂੰ ਕਹਿ ਰਿਹਾ ਆ ਉਹ ਕੰਮ ਨਹੀਂ ਕਰਾਂਗੇ, ਵਿਚਾਰ ਵੀ ਕਰ ਲਾਂਗੇ ਤਾਂ ਵੀ ਕੁਛ ਨਹੀਂ ਹੋਣਾ ਭਾਈ। ਦੇਖੋ ਪਹਿਲਾਂ ਵਿਚਾਰ ਤੋਂ ਸਖਣੇ ਕਿਹਾ ਸੀ ਮਹਾਰਾਜ ਨੇ ਵੀ ਨਾ ਬੂਝੇ ਵਿਚਾਰ, ਹੁਣ ਕਹਿੰਦੇ ਕਿ ਬੁੱਝ ਵੀ ਲਿਆ ਵਿਚਾਰ ਤਾਂ ਵੀ ਜੇ ਐਕਸ਼ਨ ਨਹੀਂ ਹੋਈ ਤਾਂ ਵੀ ਕੁਛ ਨਹੀਂ ਹੋਣਾ ਭਾਈ। ਬਹੁਤ ਬਹੁਤ ਕੀਮਤੀ ਗਿਆਨ ਹੈ ਜੀ, ਬਹੁਤ ਕੀਮਤੀ ਗਿਆਨ ਹੈ। कहते पंडित जोत की वेदां करें विचार। वाद विरोध सलाहने वादे आवण जान। ਕਹਿੰਦੇ ਕੀ ਕਰਦੇ ਆ, ਵਾਦ ਵਿਵਾਦ ਕਰਦੇ ਆ,
ਫਿਰ ਕੋਈ ਜਿਹੜਾ ਹੈਗਾ ਉਹਨਾਂ ਤੋਂ ਜਿਹੜਾ ਹੈਗਾ ਵਧੀਆ ਜਿਹੜਾ ਹੈਗਾ ਜਿਹੜਾ ਦੂਜੇ ਨੂੰ ਹਰਾ ਦਿੰਦਾ ਹੈ, ਫਿਰ ਉਹਦੀ ਸਲਾਹਣਾ ਹੁੰਦੀ ਹੈ, ਉਹਨੂੰ ਉਹਦੀ ਸਾਰੇ ਜਿਹੜੇ ਹੈਗੇ ਉਹਦੀ ਸੋਭਾ ਕਰਦੇ ਆ, ਉਹ ਹੋਰ ਫੁੱਕ ਜਾਂਦਾ ਹੈ ਹਉਮੈ ਦੇ ਵਿੱਚ। ਵਾਦ ਵਿਰੋਧ ਸਲਾਹਣੇ ਵਾਦ ਦੇ ਆਵਣ ਜਾਣ। ਕਹਿੰਦੇ ਵਾਦ ਦੇ ਵਿੱਚ ਫਿਰ ਕੀ ਹੁੰਦਾ ਹੈ? ਵਾਦ ਦੇ ਲੋਕ ਕਹਿੰਦੇ ਆਉਂਦੇ ਜਾਂਦੇ ਰਹਿੰਦੇ ਆ ਦੁਨੀਆ ਦੇ ਵਿੱਚ, ਐਵੇਂ ਦੇ ਨਿਕਲਦੇ ਹੈ ਨਹੀਂ ਗੇ। ਕਿਉਂ ਨਹੀਂ ਨਿਕਲਦੇ? ਬਿਨ ਗੁਰ ਕਰਮ ਨਾ ਛੁੱਟਸੀ, ਕਹਿ ਸੁਣੇ ਆਖ ਵਖਾਣ। ਕਹਿੰਦੇ ਜਿੰਨਾ ਮਰਜੀ ਕਹਿ ਲੈਣ, ਬੋਲ ਲੈਣ, ਜਦ ਤੱਕ ਗੁਰੂ ਜੋ ਕਹਿ ਰਿਹਾ ਆ ਉਹ ਕਰਮ ਨਹੀਂ ਕਰਦੇ, ਨਹੀਂ ਛੁੱਟ ਸਕਦੇ। ਜਦ ਤੱਕ ਧਿਆਨ ਸਿਮਰਨ ਨਹੀਂ ਕਰ ਸਕਦੇ, ਆਖ ਆਖ ਮਨ ਵਾਵਣਾ, ਮਨ ਨੂੰ ਨਹੀਂ ਵਜਾਉਂਦੇ, ਉਸ ਨਾਮ ਨੂੰ ਨਹੀਂ ਆਖਦੇ, ਤਦ ਤੱਕ ਭਾਈ ਛੁੱਟਣ ਦਾ ਕੋਈ ਚਾਂਸ ਨਹੀਂ ਹੈ। ਬਿਨ ਗੁਰ ਕਰਮ ਨਾ ਛੁੱਟਸੀ। ਜਿਹੜਾ ਕਰਮ ਗੁਰੂ ਕਹਿ ਰਿਹਾ ਆ, ਜਿਹੜਾ ਕੰਮ ਕਰਨ ਨੂੰ ਗੁਰੂ ਕਹਿ ਰਿਹਾ ਹੈ, ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ, ਉਸ ਤੋਂ ਇਲਾਵਾ ਨਹੀਂ ਛੁੱਟ ਸਕਦੇ ਭਾਈ। ਹੋਰ ਕੋਈ ਆਪਾਂ ਨੂੰ ਛੁੱਟਣ ਦਾ ਕੋਈ ਚਾਂਸ ਨਹੀਂ ਹੈਗਾ। ਗਿਆਨ ਲੈ ਕੇ ਕਮਾਉਣਾ ਪੈਣਾ ਹੈ ਗਿਆਨ ਨੂੰ। ਬਿਨ ਗੁਰ ਕਰਮ ਨਾ ਛੁੱਟਸੀ, ਕਹਿ ਸੁਣੀ ਆਖ ਵਖਾਣ, ਸਭ ਗੁਣਵੰਤੀ ਆਖੀਏ ਮੈਂ ਗੁਣ ਨਾਹੀ ਖੋਏ। ਕਹਿੰਦੇ ਸਭ ਗੁਣਵੰਤੀ ਆਖੀਏ ਮੈਂ ਗੁਣ ਨਾਹੀ ਕੋਏ। ਸਾਰੀਆਂ ਗੁਣਵੰਤੀਆਂ ਆਖੀਆਂ ਗੁਣਾਂ ਵਾਲੀਆਂ ਹੈਗੀਆਂ। ਸਾਰੇ ਧਿਆਨ ਸਿਮਰਨ ਕਰਦੇ ਆ, ਮੇਰੇ ਕੋਲ ਤਾਂ ਕੋਈ ਗੁਣ ਹੀ ਨਹੀਂ ਹੈਗਾ ਮਾਲਕਾ। ਸਭ ਗੁਣਵੰਤੀ ਆਖੀਏ ਮੈਂ ਗੁਣ ਨਾਹੀ ਕੋਏ, ਹਰ ਵਰ ਨਾਰ ਸੁਹਾਵਣੀ, ਮੈਂ ਭਾਵੈ ਪ੍ਰਭ ਸੋਏ। ਜੇ ਮੈਂ ਵੀ ਕਿਤੇ ਗੁਣ ਲੈ ਲਵਾਂ, ਮੈਂ ਵੀ ਉਹ ਮਾਲਕ ਪਰਮਾਤਮਾ ਦੀ ਸੋਹਣੀ ਨਾਰ ਹੋ ਜਾਵਾਂ, ਜੇ ਮੈਨੂੰ ਵੀ ਮਾਲਕ ਪਰਮਾਤਮਾ ਪਸੰਦ ਕਰ ਲਏ, ਮੈਂ ਵੀ ਭਗਤੀ ਕਰ ਲਵਾਂ। ਨਾਨਕ ਸ਼ਬਦ ਮਿਲਾਵੜਾ ਨਾ ਵਿਛੋੜਾ ਹੋਏ। ਭਾਈ ਫਿਰ ਸ਼ਬਦ ਅਭਿਆਸ ਸ਼ੁਰੂ ਕਰਦੇ, ਉਹ ਧਿਆਨ ਸਿਮਰਨ ਸ਼ੁਰੂ ਕਰਦੇ। ਇਸੇ ਦੇ ਨਾਲ ਮਿਲਾਵੜਾ ਹੋਣਾ ਹੈ, ਮਿਲਾਪ ਹੋਣਾ ਹੈ ਮਾਲਕ ਪਰਮਾਤਮਾ ਦੇ ਨਾਲ। ਤੇ ਇੱਕ ਵਾਰੀ ਮਿਲਾਪ ਹੋ ਗਿਆ ਤੇ ਫਿਰ ਦੁਬਾਰਾ ਜਿਹੜਾ ਹੈਗਾ ਵਿਛੋੜਾ ਨਹੀਂ ਹੋ ਸਕਦਾ, ਵਿਛੋੜਾ ਨਹੀਂ ਹੁੰਦਾ। ਇੱਕ ਸ਼ਬਦ ਹੋਰ ਲੈ ਲਈਏ ਜੀ। ਸਿਰਾਗ ਮਹੱਲਾ ਪਹਿਲਾ। ਜਪ ਤਪ ਸੰਜਮ ਸਾਧੀਏ, ਤੀਰਥ ਕੀਤੇ ਕੀਚੇ ਵਾਸ, ਪੁੰਨ ਦਾਨ ਚੰਗਿਆਈਆਂ, ਬਿਨ ਸਾਚੇ ਕਿਆ ਤਾਸ। ਕਹਿੰਦੇ ਜਪ ਤਪ ਸੰਜਮ ਸਾਧਦੇ ਆ ਇਨਸਾਨ, ਕਰਮ ਕਾਂਡ ਕਰਦੇ ਆ, ਤੀਰਥਾਂ ਤੇ ਜਾ ਕੇ ਵਾਸਾ ਵੀ ਕਰ ਲੈਂਦੇ ਆ, ਬਥੇਰੇ ਪੁੰਨ ਦਾਨ ਚੰਗਿਆਈਆਂ ਕਰਦੇ ਆ। ਕਹਿੰਦੇ ਬਿਨ ਸਾਚੇ ਕਿਆ ਤਾਸ। ਕਹਿੰਦੇ ਬਗੈਰ ਸੱਚ ਦੇ, ਬਗੈਰ ਧਿਆਨ ਸਿਮਰਨ ਦੇ, ਬਗੈਰ ਪ੍ਰੇਮਾ ਭਗਤੀ ਦੇ, ਕਹਿੰਦੇ ਕੀ ਫਾਲਿਆ ਉਹਦਾ, ਕਾਹਦਾ ਫਾਲਿਆ ਉਹਦਾ। ਜਪ ਤਪ ਸੰਜਮ ਸਾਧੀਏ, ਤੀਰਥ ਕੀਚੇ ਵਾਸ। ਅੱਜ ਤਾਂ ਜੀ ਮਹਾਰਾਜ ਨੇ ਹੜ ਲਿਆਤਾ ਗਿਆਨ ਦਾ, ਕਮਾਲ ਕੀਤੀ ਪਈ ਆ। ਜਪ ਤਪ ਸੰਜਮ ਸਾਧੀਏ, ਤੀਰਥ ਕੀਚੇ ਵਾਸ, ਪੁੰਨ ਦਾਨ ਚੰਗਿਆਈਆਂ, ਬਿਨ ਸਾਚੇ ਕਿਆ ਤਾਸ। ਜਿਹਾ ਰਾਧੇ ਤਿਹਾ ਲੁਣੈ, ਬਿਨ ਗੁਣ ਜਨਮ ਵਿਨਾਸ਼। ਓਹੋ, ਕਹਿੰਦੇ ਜਿਹੇ ਜਿਹਾ ਬੀਜੇਗਾ ਪਿਆਰਿਆ, ਰਾਧੇ ਦਾ ਮਤਲਬ ਬੀਜਣਾ। ਖੇਤ ਸਰੀਰ ਜੋ ਬੀਜੇ ਸੋ ਅੰਤ ਖਲੋਇਆ ਹੈ। ਜਿਹਾ ਬੀਜੇਗਾ ਉਹੇ ਜਿਹਾ ਲੁਣ ਲਏਗਾ, ਉਹੇ ਜਿਹਾ ਤੈਨੂੰ ਮਿਲੂਗਾ ਭਾਈ। ਜਿਹਾ ਬੀਜੇ ਤਿਹਾ ਲੁਣੈ, ਉਹ ਫਲ ਮਿਲ ਜੂਗਾ, ਉਹੀ ਜੀ ਉਪਜ ਮਿਲ ਜਾਏਗੀ। ਬਿਨ ਗੁਣ ਜਨਮ ਵਿਨਾਸ਼। ਜੇ ਨਹੀਂ ਗੁਣ ਲਏ ਮਿੱਤਰਾ ਤੇ ਜਨਮ ਮਨੁੱਖੀ ਜੂਨ ਜਿਹੜੀ ਆਏਗੀ ਬਿਨਸ ਜਾਏਗੀ, ਫਜ਼ੂਲ ਚਲੀ ਜਾਏਗੀ। ਗੁਣ ਲੈ ਲਾ ਪਿਆਰਿਆ, ਗੁਣ ਲੈ ਲਾ। ਇਹ ਜਪ ਤਪ ਸੰਜਮ ਸਾਧੀਏ, ਤੀਰਥ ਕੀਚੇ ਵਾਸ। ਦੇਖ ਲਓ ਭਾਈ, ਸਭ ਤੋਂ ਕਰਮ ਕਾਂਡ ਜਿਹੜੇ ਸਾਰੇ ਦੇ ਸਾਰੇ ਕਹਿੰਦੇ ਆ ਸਾਧਨਾ, ਇਹ ਕਰੀ ਜਾ ਰਹੇ ਆ, ਜਪ ਕਰ ਰਹੇ ਆ, ਤਪ ਕਰ ਰਹੇ, ਸੰਜਮ ਕਰ ਰਹੇ ਆ, ਗੁਣ ਹੈ ਹੀ ਨਹੀਂ। ਜਪ ਤਪ ਸੰਜਮ ਸਾਧੀਏ, ਤੀਰਥ ਕੀਚੇ ਵਾਸ, ਪੁੰਨ ਦਾਨ ਚੰਗਿਆਈਆਂ, ਬਿਨ ਸਾਚੇ ਕਿਆ ਤਾਸ। ਪੁੰਨ ਦਾਨ ਵੀ ਹੈਗੇ ਭਾਈ, ਚੰਗਿਆਈਆਂ ਵੀ ਹੈਗੀਆਂ। ਕਹਿੰਦੇ ਫਿਰ ਵੀ ਜਿਹੜਾ ਹੈਗਾ ਉਹ ਸੱਚੇ ਤੋਂ ਉਸ ਮਾਲਕ ਪਰਮਾਤਮਾ ਦੇ ਵੱਲ ਨੂੰ ਗਤੀ, ਲਿਵ ਵਾਲੇ ਰਸਤੇ ਤੇ ਤੁਰੇ ਬਗੈਰ, ਕਹਿੰਦੇ ਉਹਦਾ ਕੀ ਫਾਲਿਆ। ਜੋ ਜਪ ਤਪ ਸੰਜਮ ਕਰ ਰਿਹਾ ਆ ਪਿਆਰਿਆ, ਇਹਨਾਂ ਦਾ ਫਲ ਤੈਨੂੰ ਸਰੀਰ ਦੇ ਵਿੱਚ ਹੀ ਮਿਲ ਜਾਣਾ ਹੈ।
ਇਹਨਾਂ ਦੀ ਤੈਨੂੰ ਮਾਲਕ ਨੇ ਦੇ ਦੇਣਾ ਹੈ। ਇਹ ਤਿੰਨਾਂ ਗੁਣਾਂ ਦੇ ਵਿੱਚ, ਤਮੋ ਰਜੋ ਸਤੋ ਦੇ ਵਿੱਚ। ਜਿਹਾ ਰਾਧੇ ਤਿਹਾ ਲੁਣੇ, ਬਿਨ ਗੁਣ ਜਨਮ ਵਿਨਾਸ਼। ਗੁਣਾ ਤੋਂ ਬਗੈਰ तेरा जन्म बिनस जाएगा, फजूल चले जाएगा। मुंदे गुण दासी सुख होए। हे जीव स्त्रीए, हे सोहणीए, हे इंसान, हे जवान, ਜਿਹੜਾ ਹੈਗਾ ਤੇਰੇ ਕੋਲ ਹਾਲੇ ਸਵਾਸ ਹੈਗਾ ਹਾਲੇ ਤੇਰੇ ਕੋਲ ਜਿਹੜਾ ਭਗਤੀ ਕਰਨ ਦਾ ਸਮਾਂ ਹੈਗਾ ਤੇਰਾ, ਗੁਣਾ ਦੀ ਦਾਸੀ ਹੋ ਜਾ, ਗੁਣ ਗ੍ਰਹਿਣ ਕਰ ਲਾ, ਸੁਖੀ ਹੋ ਜਾਏਂਗੀ, ਸੁਖੀ ਹੋ ਜਾਏਂਗੀ। ਮੁੰਦੇ ਗੁਣ ਦਾਸੀ ਸੁਖ ਹੋਏ, ਗੁਣ ਲੈ, ਗੁਣ ਲੈਣ ਦੇ ਨਾਲ ਸੁਖੀ ਹੋ ਜਾਏਂਗੇ। ਔਗੁਣ ਤਿਆਗ ਸਮਾਈਏ, ਗੁਰਮਤਿ ਪੂਰਾ ਸੋਏ। ਆਹੀ ਕਹਿੰਦੇ ਗੁਰਮਤਿ ਪਾਏ, ਉਹੀ ਪੂਰਾ ਹੈਗਾ। ਕਹਿੰਦੇ ਜਿਹੜਾ ਗੁਣ ਲੈਂਦਾ ਆ, ਔਗੁਣ ਤਿਆਗ ਕੇ ਹੀ ਪਰਮਾਤਮਾ ਦੇ ਵਿੱਚ ਸਮਾਇਆ ਜਾ ਸਕਦਾ ਹੈ, ਉਸ ਪੂਰੇ ਮਾਲਕ ਪਰਮਾਤਮਾ ਦੇ ਵਿੱਚ ਗੁਰੂ ਦੀ ਮੱਤ ਦੇ ਦੁਆਰਾ ਰਹਾਓ। ਵਿਣ ਰਾਸ਼ੀ ਵਪਾਰੀਏ, ਤੱਕੇ ਕੁੰਡਾਂ ਚਾਰ। ਬਗੈਰ ਰਾਸ਼ੀ ਦੇ, ਬਗੈਰ ਵਪਾਰੀਆਂ ਦੇ, ਇਸ ਵਪਾਰ ਦੇ, ਗੁਣਾਂ ਦੇ ਵਪਾਰ ਦੇ ਚਾਰੋਂ ਪਾਸੇ ਦੁਨੀਆ ਦੇ ਵਿੱਚ ਜਿੱਧਰ ਨੂੰ ਮਰਜੀ ਦੇਖ ਲਓ ਭਾਈ, ਕੁਛ ਵੀ ਨਹੀਂ ਆਪਣੇ ਪੱਲੇ ਪੈਣਾ। ਮੂਲ ਨਾ ਬੂਝੇ ਆਪਣਾ, ਵਸਤ ਰਹੀ ਘਰ ਬਾਹਰ। ਦੁਨੀਆ ਦੇ ਵਿੱਚ ਇੱਧਰ ਉੱਧਰ ਭਾਵੇਂ ਜਿੱਥੇ ਮਰਜੀ ਜਿਹੜਾ ਹੈਗਾ ਜਪ ਤਪ ਸੰਜਮ ਕਰ ਲਓ, ਤੀਰਥਾਂ ਤੇ ਵਾਸਾ ਕਰ ਲਓ, ਬਗੈਰ ਰਾਸ਼ੀ ਦੇ ਇਸ ਵਪਾਰ ਦੇ ਸੰਸਾਰ ਦੇ ਵਿੱਚ ਜਿਹੜਾ ਹੈਗਾ ਬਾਹਰ ਹੀ ਘੁੰਮਦੇ ਰਹੇ, ਬਾਹਰ ਹੀ ਧੱਕਦੇ ਰਹੇ ਚਾਰੋਂ ਪਾਸੇ, ਔਰ ਮੂਲ ਪਰਮਾਤਮਾ ਨੂੰ ਨਹੀਂ ਬੁੱਝਿਆ, ਜਿਹੜਾ ਕਿ ਅੰਦਰ ਆਪਣੇ ਹਿਰਦੇ ਦੇ ਵਿੱਚ ਹੀ ਹੈਗਾ। ਮਾਲਕ ਪਰਮਾਤਮਾ ਆਪਣੇ ਅੰਦਰ ਹੀ ਵਸਤੂ ਹੈਗੀ ਆ। ਮੂਲ ਨਾ ਬੁੱਝੇ ਆਪਣਾ, ਵਸਤ ਰਹੀ ਘਰ ਬਾਹਰ। ਵਿਣ ਵੱਖਰ ਦੁੱਖ ਅਗਲਾ, ਕੂੜ ਮੁੱਠੀ ਕੁੜਿਆਰ। ਬਗੈਰ ਇਸ ਸੌਦੇ ਦੇ, ਨਾਮ ਦੇ ਸੌਦੇ ਦੇ, ਧਿਆਨ ਸਿਮਰਨ ਦੇ ਬਗੈਰ ਕਹਿੰਦੇ ਬਹੁਤਾ ਦੁੱਖ ਹੈ। ਅਗਲਾ ਮਤਲਬ ਬਹੁਤਾ। ਵਿਣ ਵੱਖਰ ਦੁੱਖ ਅਗਲਾ, ਕੂੜ ਹੈ ਮੁੱਠੀ ਕੁੜਿਆਰ। ਔਰ ਕੂੜ ਦੇ ਵਿੱਚ ਠਗੀ ਗਈ, ਕਿਉਂਕਿ ਉਹਨੇ ਕੂੜ ਨੂੰ, ਮਾਇਆ ਨੂੰ ਨਹੀਂ ਛੱਡਿਆ, ਇਹ ਵੱਖਰ ਨਹੀਂ ਲਿਆ। ਵਿਣ ਵੱਖਰ ਦੁੱਖ ਅਗਲਾ, ਕੂੜ ਮੁੱਠੀ ਕੁੜਿਆਰ। ਲਾਹਾ ਅਹਨਿਸ ਨੌਤਨਾ, ਪਰਖੇ ਰਤਨ ਵਿਚਾਰ। ਹੁਣ ਜਿਹੜੀ ਜੀਵ ਇਸਤਰੀ ਰਤਨ, ਨਾਮ ਰਤਨ ਨੂੰ ਪਰਖ ਲੈਂਦੀ ਆ, ਵਿਚਾਰ ਕਰ ਲੈਂਦੀ ਆ, ਉਹਦੇ ਅਨੁਸਾਰ ਜਿਹੜਾ ਹੈਗਾ ਧਿਆਨ ਸਿਮਰਨ ਕਰਦੀ ਆ, ਉਹਨੂੰ ਜਿਹੜਾ ਹੈਗਾ ਨਵੇਂ ਤੋਂ ਨਵਾਂ ਹਰ ਦਿਨ ਲਾਭ ਹੀ ਲਾਭ ਮਿਲਦਾ ਹੈ। ਅਹਨਿਸ ਰਾਤ ਦਿਨ ਨੌਤਨਾ, ਨਵੇਂ ਤੋਂ ਨਵਾਂ ਲਾਹਾ ਲਾਭ। ਪਰਖੇ ਰਤਨ ਵਿਚਾਰ, ਜਿਹੜੀ ਰਤਨ ਨੂੰ ਪਰਖਦੀ ਆ, ਵਿਚਾਰ ਕਰਦੀ ਆ, ਗੁਰੂ ਦੀ ਮੱਤ ਤੇ ਨਾਮ ਰਤਨ ਨੂੰ ਪਰਖਦੀ ਆ। ਵਸਤ ਲਹੇ ਕਰੇ ਆਪਣੇ, ਚੱਲੇ ਕਾਰਜਸਾਰ। ਉਹਨੇ ਆਪਣੇ ਅੰਦਰੋਂ ਹੀ ਨਾਮ ਰਤਨ ਪ੍ਰਗਟ ਕਰ ਲੈਣਾ ਹੈ। ਪਰਮਾਤਮਾ ਜਿਹੜੀ ਆ, ਪਰਮਾਤਮਾ ਉਹਦੇ ਹਿਰਦੇ 'ਚ ਪ੍ਰਗਟ ਹੋ ਜਾਣਾ ਹੈ, ਔਰ ਉਹ ਕਾਰਜ ਆਪਣਾ ਸਵਾਰ ਕੇ ਮਨੁੱਖੀ ਜੀਵਨ ਸਫਲ ਕਰਕੇ ਜਾਂਦੀ ਹੈ। ਵਣਜਾਰਿਆਂ ਸੋ ਵਣਜ ਕਰ, ਗੁਰਮੁਖੇ ਬ੍ਰਹਮ ਵਿਚਾਰ। ਕਹਿੰਦੇ ਗੁਰੂ ਦੇ ਰਾਹੀਂ ਇਸ ਬ੍ਰਹਮ ਨੂੰ, ਪਰਮਾਤਮਾ ਨੂੰ, ਇਹਨੂੰ ਵਿਚਾਰ ਕਰ ਲਾ, ਇਸ ਧਿਆਨ ਸਿਮਰਨ ਵਾਲੀ ਗੱਲ ਨੂੰ। ਔਰ ਜਿਹੜੇ ਅਭਿਆਸੀ, ਨਾਮ ਅਭਿਆਸੀ ਹੈਗੇ, ਉਹਨਾਂ ਦੇ ਨਾਲ ਰਲ ਕੇ, ਉਹਨਾਂ ਬਿਜ਼ਨਸਮੈਨਾਂ ਦੇ ਨਾਲ ਰਲ ਕੇ ਤੂੰ ਵੀ ਇਹ ਨਾਮ ਦਾ ਬਿਜ਼ਨਸ ਕਰ ਲਾ। ਸੰਤਾਂ ਸੰਗਤ ਪਾਈਏ, ਜੇ ਮੇਲੇ ਮੇਲਣ ਹਾਰ। ਸੰਤਾਂ ਦੀ ਸੰਗਤ ਦੇ ਵਿੱਚ ਜਿਹੜਾ ਹੈਗਾ ਸੁਖ ਹੈ ਨਹੀਂ, ਉਹ ਮਾਲਕ ਪਰਮਾਤਮਾ ਇਹ ਪ੍ਰਗਟ ਹੋ ਜਾਂਦਾ ਹੈ। ਜੇ ਕਿਤੇ ਮਾਲਕ ਪਰਮਾਤਮਾ ਜਿਹੜਾ ਹੈਗਾ ਸੰਤਾਂ ਦੀ ਸੰਗਤ ਮਿਲਾ ਦੇ। ਮਿਲਿਆ ਹੋਏ ਨਾ ਵਿਛੜੇ, ਜਿਸ ਅੰਦਰ ਜੋਤ ਅਪਾਰ। ਔਰ ਜਿਹਦੇ ਅੰਦਰ ਉਹ ਮਾਲਕ ਪਰਮਾਤਮਾ ਦੀ ਜੋਤ ਪ੍ਰਗਟ ਹੋ ਜਾਂਦੀ ਹੈ, ਮਾਲਕ ਜਿਹੜੀ ਬੂੰਦ ਸਾਗਰ ਦੇ ਵਿੱਚ ਆ ਜਾਂਦੀ ਹੈ, ਕਹਿੰਦੇ ਉਹ ਇੱਕ ਵਾਰੀ ਮਿਲਿਆ ਕਦੀ ਵੀ ਵਿਛੜਦਾ ਨਹੀਂ। ਸੱਚੇ ਆਸਣੇ ਸੱਚ ਰਹੇ, ਸੱਚੇ ਪ੍ਰੇਮ ਪਿਆਰ। ਉਹ ਸੱਚੇ ਆਸਣ ਦੇ ਉੱਤੇ ਜਿਹੜਾ ਹੈਗਾ ਸੱਚ ਦੇ ਵਿੱਚ ਟਿਕ ਜਾਂਦਾ ਹੈ, ਜਿਹਨੂੰ ਕਿ ਉਸ ਸੱਚੇ ਦੇ ਨਾਲ ਪ੍ਰੇਮ ਹੁੰਦਾ ਹੈ, ਪਿਆਰ ਹੁੰਦਾ ਹੈ। ਇਸ ਧਿਆਨ ਸਿਮਰਨ ਦੇ ਨਾਲ ਜਿਹਨੂੰ ਪਿਆਰ ਪੈ ਜਾਂਦਾ ਹੈ। ਜਿਨੀ ਆਪ ਪਛਾਣਿਆ, ਘਰ ਮੈਂ ਮਹਿਲ ਸੁਥਾਏ। ਜਿਨ੍ਹਾਂ ਨੇ ਆਪ ਪਛਾਣ ਲਿਆ, ਆਪਣੇ ਆਪ ਨੂੰ ਪਛਾਣ ਲਿਆ, ਜਿਨ੍ਹਾਂ ਨੇ ਆਪਣੇ ਅਵਗੁਣ ਕੱਢਤੇ, ਜਿਨ੍ਹਾਂ ਨੇ ਗੁਣ ਆਪਣੇ ਅੰਦਰ ਗ੍ਰਹਿਣ ਕਰ ਲਏ, ਉਹਨਾਂ ਨੂੰ ਆਪਣੇ ਘਰ ਦੇ ਵਿੱਚ ਹੀ ਮਾਲਕ ਪਰਮਾਤਮਾ ਦਾ ਜਿਹੜਾ ਹੈਗਾ
ਸੋਹਣੀ ਜਗ੍ਹਾ ਜਿਹੜੀ ਮਾਲਕ ਪਰਮਾਤਮਾ ਦਾ ਦਸਮ ਦਵਾਰ, ਮਾਲਕ ਦਾ ਮਹਿਲ ਲੱਭ ਪਿਆ। ਸੱਚੇ ਸੇਤੀ ਰਤਿਆਂ ਸੱਚੋ ਪੱਲੇ ਪਾਏ, ਔਰ ਸੱਚੇ ਦੇ ਨਾਲ ਰਤੇ ਜਾਣ ਦੇ ਨਾਲ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦੇ ਪੱਲੇ ਦੇ ਵਿੱਚ ਸੱਚ, ਉਹ ਮਾਲਕ ਪਰਮਾਤਮਾ ਉਹਨਾਂ ਦੇ ਪੱਲੇ ਪੈ ਜਾਂਦਾ, ਪੱਲੇ ਉਹਨਾਂ ਦੇ ਹਿਰਦੇ 'ਚ ਪ੍ਰਗਟ ਹੋ ਜਾਂਦਾ ਹੈ। ਤਿਰ ਭਵਨੇ ਸੋ ਪ੍ਰਭ ਜਾਣੀਏ, ਸਾਚੋ ਸਾਚੇ ਨਾਏ। ਔਰ ਤਰਤ ਪਤਾਲ ਆਕਾਸ਼ ਤਿੰਨਾਂ ਭਵਨਾਂ ਦਾ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਨੂੰ ਜਾਣਿਆ ਜਾ ਸਕਦਾ ਹੈ। ਕਿਸ ਤਰ੍ਹਾਂ? ਸਾਚੋ ਸਾਚੇ ਨਾਏ, ਉਹ ਸੱਚਾ ਸੱਚੇ ਨਾਮ ਦੇ ਦੁਆਰਾ, ਧਿਆਨ ਸਿਮਰਨ ਦੇ ਦੁਆਰਾ। ਸਾਤਨ ਖਰੀ ਸੁਹਾਵਣੀ ਜਿਨੇ ਪਿਰ ਜਾਤਾ ਸੰਗ, ਉਹ ਜਿਹੜੀ ਹੈਗੀ ਸੋਹਣੇ ਜੀਵਨ ਵਾਲੀ ਹੋ ਜਾਂਦੀ ਹੈ, ਖਰੀ ਹੋ ਜਾਂਦੀ ਹੈ ਭਾਈ। ਬਾਕੀ ਖੋਟੀਆਂ ਉਹ ਖਰੀ ਹੋ ਜਾਂਦੀ ਆ, ਉਹ ਜੀਵ ਇਸਤਰੀ ਜਿਸਨੇ ਉਸ ਮਾਲਕ ਪਰਮਾਤਮਾ ਨੂੰ ਆਪਣੇ ਨਾਲ ਜਾਣ ਲਿਆ। ਫਿਰ ਮਹਿਲੀ ਮਹਿਲੇ ਬੁਲਾਈਏ ਸੋ ਫਿਰ ਰਾਵੇ ਰੰਗ, ਉਹ ਬਸ ਉਹਨੂੰ ਮਾਲਕ ਪਰਮਾਤਮਾ ਦੇ ਮਹਿਲ ਦੇ ਵਿੱਚ ਬੁਲਾਵਾ ਆ ਜਾਂਦਾ ਹੈ, ਪ੍ਰਗਟ ਹੋ ਜਾਂਦਾ ਹੈ ਮਾਲਕ ਪਤੀ ਪਰਮਾਤਮਾ। ਪਰਮਾਤਮਾ ਦੇ ਨਾਲ ਉਹ ਰੰਗ ਮਾਣਦੀ ਹੈ। ਸੋ ਫਿਰ ਰਾਵੇ ਰੰਗ, ਸੱਚ ਸੁਹਾਗਣ ਸਾ ਭਲੀ, ਫਿਰ ਮੋਹੀ ਗੁਣ ਸੰਗ। ਕਹਿੰਦੇ ਉਹ ਤਾਂ ਸੱਚੀ ਸੁਹਾਗਣ ਹੈਗੀ ਆ, ਭਲੀ ਹੈਗੀ ਆ। ਪਰਮਾਤਮਾ ਨੇ ਮੋਹ ਲਿਆ ਉਹਨੂੰ ਗੁਣਾਂ ਦੇ ਨਾਲ, ਫਿਰੇ ਮੋਹੀ ਗੁਣ ਸੰਗ, ਗੁਣਾਂ ਦੇ ਨਾਲ ਪਰਮਾਤਮਾ ਨੇ ਮੋਹ ਲਿਆ ਉਹਨੂੰ। ਭੂਲੀ ਭੂਲੀ ਥਲ ਚੜਾਂ, ਥਲ ਚੜ ਡੂੰਗਰ ਜਾਉ। ਕਹਿੰਦੇ ਮਾਇਆ ਦੇ ਵਿੱਚ ਭੁੱਲੀ ਹੋਈ ਜੀਵ ਇਸਤਰੀ ਪਾਈ, ਭਾਵੇਂ ਧਰਤੀ ਗਾਲਾ, ਭਾਵੇਂ ਪਹਾੜਾਂ ਤੇ ਚੜ ਜਾ। ਡੂੰਗਰ ਕਹਿੰਦੇ ਪਹਾੜ। ਬਨ ਮੈਂ ਭੁੱਲੀ ਜੇ ਫਿਰਾਂ, ਭਾਵੇਂ ਬੰਨਾਂ 'ਚ ਭੁੱਲੀ ਫਿਰ। ਬਿਨ ਗੁਰ ਬੂਝ ਨਾ ਪਾਉ, ਬਗੈਰ ਗੁਰੂ ਤੋਂ ਰਸਤਾ ਨਹੀਂ ਪਤਾ ਲੱਗਣਾ। ਮਾਇਆ ਦੇ ਵਿੱਚ ਜਿੰਨੀ ਮਰਜ਼ੀ ਗੋਤੇ ਖਾ ਲਾ, ਜਿੰਨਾ ਮਰਜ਼ੀ ਧਨ ਦੌਲਤ ਇਕੱਠੀ ਕਰ ਲਾ, ਭਾਵੇਂ ਜਿਸ ਤਰ੍ਹਾਂ ਮਰਜ਼ੀ ਜਿਹੜਾ ਹੈਗਾ ਭੁੱਲੇ ਜੀਵਨ ਜਿਹੜਾ ਹੈਗਾ ਭੂਲ ਭੁਲਈਆ ਦੇ ਵਿੱਚ ਜਿਵੇਂ ਮਰਜ਼ੀ ਜਿਹੜਾ ਹੈਗਾ ਗੁਜ਼ਾਰੀ ਜਾ, ਗੁਰੂ ਤੋਂ ਬਗੈਰ ਰਸਤਾ ਨਹੀਂ ਮਿਲ ਸਕਦਾ। ਬਿਨ ਗੁਰ ਬੂਝ ਨਾ ਪਾਉ, ਨਾਮੋਂ ਭੁੱਲੀ ਜੇ ਫਿਰਾਂ, ਫਿਰ ਆਵਾਂ ਜਾਉ। ਨਾਮ ਤੋਂ ਭੁੱਲਿਆ ਜਿਹੜਾ ਵੀ ਇਨਸਾਨ ਹੈ, ਕਹਿੰਦੇ ਜੇ ਮੈਂ ਨਾਮ ਤੋਂ ਭੁੱਲੀ ਹੋ ਗਈ ਤੇ ਭਾਈ ਫਿਰ ਮੈਨੂੰ ਜਿਹੜਾ ਹੈ ਆਉਣਾ ਜਾਣਾ ਜਿਹੜਾ ਹੈਗਾ ਬਾਰ-ਬਾਰ ਆਉਣਾ ਜਾਣਾ ਬਣਿਆ ਰਹਿੰਦਾ ਹੈ। ਪੁੱਛੋਂ ਜਾਏ ਪਧਾਣੂਆਂ, ਪੁੱਛੋਂ ਜਾਏ ਪਧਾਊ ਕਹਿੰਦੇ ਜਿਹੜੇ ਪੰਧ ਤੇ ਤੁਰ ਰਹੇ ਆ, ਜਿਹੜੇ ਪਰਮੇਸ਼ਰ ਵੱਲ ਨੂੰ ਜਾ ਰਹੇ ਆ, ਜਿਨ੍ਹਾਂ ਦੀ ਯਾਤਰਾ ਲਿਵ ਵਾਲੇ ਰਸਤੇ ਤੇ ਹੈਗੀ, ਜਿਹੜੇ ਚਾਕਰ ਹੈਗੇ ਮਾਲਕ ਪਰਮਾਤਮਾ ਦੇ ਬਣੇ ਹੋਏ, ਸੇਵਕ ਬਣ ਕੇ ਜਿਹੜੇ ਹੈਗੇ, ਜਿਹੜੇ ਧਿਆਨ ਸਿਮਰਨ ਕਰਦੇ ਆ, ਮੈਂ ਜਾ ਕੇ ਉਹਨਾਂ ਨੂੰ ਪੁੱਛੋਂ ਜਾਏ ਪਧਾਊਆਂ, ਚੱਲੇ ਚਾਕਰ ਹੋਏ, ਜਿਹੜੇ ਚਾਕਰ ਹੋ ਕੇ ਚੱਲ ਰਹੇ ਆ। ਰਾਜਨ ਜਾਣੇ ਆਪਣਾ, ਦਰ ਕਰੇ ਠਾਕ ਨਾ ਹੋਏ। ਕਹਿੰਦੇ ਜਿਹੜੇ ਆਪਣੇ ਰਾਜਨ ਨੂੰ, ਮਾਲਕ ਪਰਮਾਤਮਾ ਨੂੰ ਆਪਣਾ ਜਾਣਦੇ ਆ, ਉਹਨਾਂ ਨੂੰ ਉਸਦੇ ਦਰ ਤੇ, ਮਾਲਕ ਦੇ ਦਰ ਤੇ, ਘਰ ਦੇ ਅੰਦਰ ਹੀ ਦਰ ਮਾਲਕ ਪਰਮਾਤਮਾ ਦਾ, ਜਿਨ੍ਹਾਂ ਨੂੰ ਕੋਈ ਠਾਕ ਨਹੀਂ ਹੁੰਦੀ, ਮਾਇਆ ਜਿਹੜੀ ਹੈ ਨਹੀਂ ਰਸਤਾ ਰੋਕਦੀ, ਉਹਨਾਂ ਨੂੰ ਪੁੱਛਾਂ ਜਾ ਕੇ। ਐਸੇ ਯਾਤਰੀਆਂ ਨੂੰ ਜਿਹੜੇ ਚਾਕਰ ਸੇਵਾ ਭਾਵਨਾ, ਸੇਵਕ ਬਣ ਕੇ ਸੇਵਾ ਭਾਵਨਾ ਦੇ ਨਾਲ ਪਰਮਾਤਮਾ ਦੀ ਭਗਤੀ ਰਸਤੇ ਤੇ ਤੁਰਦੇ ਆ, ਉਹਨਾਂ ਤੋਂ ਗਿਆਨ ਲਵਾਂ, ਉਹਨਾਂ ਤੋਂ ਸੇਧ ਲਵਾਂ। ਪੁੱਛੋ ਨਹੀਂ ਹੈਗਾ ਭਾਈ, ਇੱਥੇ ਫਿਰ ਮੈਂ ਗਲਤ ਬੋਲ ਗਿਆ। ਪੁੱਛੋ ਕਹਿੰਦੇ ਉਹਨਾਂ ਨੂੰ ਜਾ ਕੇ ਪੁੱਛੋ, ਜੇ ਕੁਛ ਪੁੱਛਣਾ ਹੈ, ਗਿਆਨ ਲੈਣਾ ਤੇ ਉਹਨਾਂ ਤੋਂ ਲਓ। ਦੇਖੋ ਊੜਾ ਪੜਨ ਦੇ ਨਾਲ ਜਿਹੜਾ ਹੈਗਾ ਇੱਕਦਮ ਬਦਲ ਗਿਆ। ਇੱਥੇ ਜਿਹੜਾ ਮਹਾਰਾਜ ਆਪਾਂ ਨੂੰ ਹੁਕਮ ਕਰ ਰਹੇ ਆ, ਪੁੱਛੋ ਜਾਏ ਪਧਾਊਆਂ, ਚੱਲੇ ਚਾਕਰ ਹੋਏ, ਜਿਹੜੇ ਚਾਕਰ ਬਣ ਕੇ ਧਿਆਨ ਸਿਮਰਨ ਕਰ ਰਹੇ, ਇਸ ਰਸਤੇ ਤੇ ਚੱਲ ਰਹੇ, ਲਿਵ ਵਾਲੇ ਰਸਤੇ ਤੇ, ਜਿਹੜੇ ਰਾਜਨ ਪਰਮਾਤਮਾ ਨੂੰ ਆਪਣਾ ਜਾਣਦੇ ਆ, ਜਿਨ੍ਹਾਂ ਨੂੰ ਦਰ ਘਰ ਦੇ ਵਿੱਚ ਠਾਕ ਨਹੀਂ ਹੁੰਦੀ, ਮਾਇਆ ਜਿਹੜੀ ਹੈਗੀ ਨਹੀਂ ਪਾਸੇ ਹੋ ਜਾਂਦੀ ਆ, ਹੱਥ ਜੋੜ ਕੇ ਖੜੀ ਹੋ ਜਾਂਦੀ ਆ। ਨਾਨਕ ਏਕੋ ਰਵ ਰਿਹਾ, ਦੂਜਾ ਅਵਰ ਨਾ ਕੋਏ। ਉਹ ਇੱਕ ਮਾਲਕ ਪਰਮਾਤਮਾ ਹੀ ਸਾਰੀ ਸ੍ਰਿਸ਼ਟੀ ਦੇ ਵਿੱਚ ਰਵਿਆ ਹੋਇਆ ਆ, ਦੂਸਰਾ ਕੋਈ ਨਹੀਂ ਹੈਗਾ ਭਾਈ। ਜਿਹੜੇ ਇਸ ਸਟੇਜ ਦੇ ਉੱਤੇ ਹੈਗੇ, ਜਿਹੜੇ ਇੱਕ ਮਾਲਕ ਪਰਮਾਤਮਾ ਨੂੰ ਸਾਰਿਆਂ ਦੇ ਵਿੱਚ ਦੇਖਦੇ ਹੈਗੇ, ਐਸੇ ਯਾਤਰੂਆਂ ਨੂੰ, ਐਸੇ ਰਾਹੀਆਂ ਨੂੰ, ਉਹਨਾਂ ਤੋਂ ਮੈਂ ਰਸਤਾ
ਉਹਨਾਂ ਤੋਂ ਰਸਤਾ ਪੁੱਛੋ ਜਿਹੜੇ ਸੇਵਾ ਭਾਵਨਾ ਦੇ ਨਾਲ ਰਸਤੇ ਤੇ ਤੁਰ ਰਹੇ ਆ, ਮਾਲਕ ਨੂੰ ਆਪਣਾ ਜਾਣਦੇ ਆ, ਜਿਨ੍ਹਾਂ ਦੇ ਰਸਤੇ ਤੇ ਜਿਨ੍ਹਾਂ ਨੂੰ ਕੋਈ ਰੁਕਾਵਟ ਨਹੀਂ ਹੈਗੀ, ਉਹਨਾਂ ਤੋਂ ਜਿਹੜੇ ਹੈਗੇ ਆਪਾਂ ਗਾਈਡੈਂਸ ਲਈਏ। ਇਹ ਜੀ 6 ਹੋ ਗਏ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਕੀ ਵਾਹਿਗੁਰੂ ਜੀ ਕੀ ਫਤਿਹ ਬੀਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਕਹਿ ਰਹੇ ਸੀ ਜੀ ਤੁਸੀਂ? ਕੀ ਕਹਿ ਰਹੇ ਸੀ? ਹਾਂਜੀ ਹਾਂਜੀ, ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੋਈ ਕੁਛ ਪੁੱਛ ਰਹੇ ਸੀਗੇ? ਨਹੀਂ ਬਾਬਾ ਜੀ, ਮੈਂ ਹੀ ਗਿਆ ਭਾਈ ਸਾਹਿਬ ਜੀ, ਮੈਂ ਕਿਹਾ ਅੱਜ ਮੈਂ ਬੰਦੇ ਬੁਲਾ ਸਕਿਆ ਕਿਉਂਕਿ ਮੇਰੇ ਨਾਲ ਉਹ ਸਵਾਰੀ ਆ ਕੇ ਬਹਿ ਗਈ। ਨਹੀਂ ਨਹੀਂ, ਕੋਈ ਗੱਲ ਨਹੀਂ ਜੀ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ।